दुनिया ते तुहाडा स्वागत है। मैं मनदीप। पंजाब खेतीबाड़ी प्रधान सूबा कहा जाता ते यह भी कहा जाता कि खेतीबाड़ी साडी विरासत आ, साडा इतिहास आ। पर कुछ समय तो इदां लगदा कि असी अपनी विरासत नूं, अपने इतिहास नूं जिवें भुल जे गए हुन्ने आ। खेतीबाड़ी दे विच ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਏ ਜਿਨ੍ਹਾਂ ਤੋਂ ਅਸੀਂ ਤੰਦਰੁਸਤ ਹੋਣਾ ਉਹੀ ਸਾਨੂੰ ਬਿਮਾਰੀਆਂ ਲਾਉਣ ਲੱਗ ਗਈਆਂ। ਸੋ ਅੱਜ ਤੁਹਾਨੂੰ ਯਾਦ ਕਰਾਉਣਾ ਏ ਕਿ ਖੇਤੀ ਦਾ ਇਤਿਹਾਸ ਕੀ ਆ, ਖੇਤੀ ਸਾਡੀ ਵਿਰਾਸਤ ਕਿਵੇਂ ਆ। ਸੋ ਵੀਡੀਓ ਬੜੀ ਇੰਟਰਸਟਿੰਗ ਹੋਣ ਵਾਲੀ ਆ, ਬੜੀ ਸੁਣਨਯੋਗ ਵੀਡੀਓ, ਤੋਂ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ। ਸੋ ਸਾਡੇ ਨਾਲ ਨੇ ਸੁਖਵਿੰਦਰ ਪੱਪੀ ਜੀ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਜੀ। ਖੇਤੀਬਾੜੀ ਦੀ ਗੱਲ ਕਰੀਏ ਜੀ, ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਕਿਹਾ ਜਾਂਦਾ ਤੇ ਪਿੱਛੇ ਜੇ संघर्ष ਚੱਲਿਆ ਤਾਂ ਇੱਕ ਗੱਲ ਉੱਭਰ ਕੇ ਆਈ ਕਿ ਖੇਤੀ ਸਾਡੀ ਵਿਰਾਸਤ ਆ, ਸਾਡਾ ਇਤਿਹਾਸ ਆ। ਇਹ ਦੱਸੋ ਕਿ ਸਾਡਾ ਇਤਿਹਾਸ ਆ ਜਿਹੜਾ ਖੇਤੀ ਦਾ ਉਹ ਕੀ ਆ? ਭਾਰਤ ਅੰਦਰ ਜਿਹੜਾ ਖੇਤੀ ਦਾ ਇਤਿਹਾਸ ਹੈ ਉਹ ਕੋਈ 8000 ਸਾਲ ਪੁਰਾਣਾ ਹੈ। ਭਾਰਤ ਹੀ ਨਹੀਂ, ਪੂਰੀ ਵਿਸ਼ਵ ਦੇ ਅੰਦਰ ਜਿਹੜੀ ਖੇਤੀ ਹੈ ਉਹ ਹਿਊਮਨ ਸਿਵਲਾਈਜੇਸ਼ਨ ਦੀ ਇੱਕ ਲਾਈਫ ਲਾਈਨ ਰਹੀ ਹੈ ਔਰ ਹੁਣ ਵੀ ਹੈ। ਤੁਸੀਂ ਦੇਖਿਆ ਹੋਊਗਾ ਕਿ ਕਰੋਨਾ ਕਾਲ ਦੇ ਦੌਰਾਨ ਜਦੋਂ ਸਾਰੀ ਦੁਨੀਆ ਦੇ ਅੰਦਰ ਸਾਰਾ ਕਾਰੋਬਾਰ, ਸਾਰੇ ਬਿਜ਼ਨਸ ਬੰਦ ਹੋ ਗਏ ਤਾਂ ਇੱਕ ਖੇਤੀ ਐਸੀ ਚੀਜ਼ ਸੀ ਕਿ ਜਿਹਨੇ ਹਜ਼ਾਰਾਂ, ਲੱਖਾਂ, ਕਰੋੜਾਂ ਲੋਕਾਂ ਨੂੰ ਆਪਣੇ ਅੰਦਰ ਸੰਭਾਲਿਆ। ਬਿਲਕੁਲ। ਸਾਡੀ ਖੇਤੀ ਕੀ ਹੈ, ਖੇਤੀ ਕਿੰਨੀ ਪੁਰਾਣੀ ਹੈ, ਇਸ ਗੱਲ ਦਾ ਜਿਹੜਾ ਸਾਡੇ ਕੋਲੇ ਪ੍ਰਮਾਣ ਸਾਨੂੰ ਮਿਲਦੇ ਨੇ ਉਹ ਵੇਦਾਂ 'ਚ ਮਿਲਦੇ ਨੇ, ਪੁਰਾਣਾਂ 'ਚ ਮਿਲਦੇ ਨੇ, ਮਹਾਭਾਰਤ 'ਚ ਮਿਲਦੇ ਨੇ, ਗੀਤਾ ਦੇ ਵਿੱਚ ਮਿਲਦੇ ਨੇ। ਸਾਡੇ ਕੋਲੇ ਖੇਤੀ ਦਾ ਇੰਨਾ ਅਮੀਰ ਵਿਰਸਾ ਹੈ ਜਿਹਦੇ ਬਾਰੇ ਯੂਰਪ ਨੇ ਜਾਂ ਪੱਛਮੀ ਮੁਲਕਾਂ ਨੇ ਜਾਂ ਵਿਕਸਿਤ ਮੁਲਕਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ। ਤੁਸੀਂ ਦੇਖੋ ਕਿ ਸਾਡੇ ਕੋਲੇ ਇਹੋ ਜੀਆਂ ਲਿਖਤਾਂ ਨੇ, ਸਾਡੇ ਕੋਲੇ ਇਹੋ ਜਿਹੇ ਗ੍ਰੰਥ ਨੇ ਜਿਨ੍ਹਾਂ ਨੂੰ ਸਾਡੀ ਆਧੁਨਿਕ ਖੇਤੀ, ਸਾਡੇ ਆਧੁਨਿਕ ਖੇਤੀ ਵਿਗਿਆਨੀ, ਸਾਡੇ ਕਿਸਾਨ, ਸਾਡੇ ਚਿੰਤਕ ਭੁੱਲ ਚੁੱਕੇ ਨੇ ਤਕਰੀਬਨ। ਜੇ ਯਾਦ ਨੇ ਤਾਂ ਉਹ ਸਿਰਫ ਚੰਦ ਲੋਕਾਂ ਦੇ ਯਾਦ ਨੇ ਔਰ ਉਹਨਾਂ ਲੋਕਾਂ ਦਾ ਬਹੁਤਾ ਕੋਈ ਖੇਤੀ ਦੇ ਨਾਲ ਤਾਲੁਕਾਤ ਨਹੀਂ ਹੈ। ਫਾਰ ਐਗਜ਼ਾਮਪਲ, ਖੇਤੀ ਬਾਰੇ ਜਿਹੜੇ ਸਾਡੇ ਵੇਦਾਂ ਦੇ ਵਿੱਚ, ਉਪਨਿਸ਼ਦਾਂ ਦੇ ਵਿੱਚ ਬਹੁਤ ਸਾਡੇ ਸ਼ਲੋਕ ਪਏ ਨੇ। ਸਾਡੇ ਇੱਕ ਰਿਸ਼ੀ ਹੋਏ ਨੇ, ਰਿਸ਼ੀ ਪਰਾਸ਼ਰ। ਉਹਨਾਂ ਨੇ ਉਹਨਾਂ ਸਮਿਆਂ ਦੇ ਵਿੱਚ ਹਜ਼ਾਰਾਂ ਸਾਲ ਪਹਿਲਾਂ ਇੱਕ ਕਿਤਾਬ ਲਿਖੀ। ਕਿਤਾਬ ਦਾ ਨਾਮ ਸੀਗਾ ਕ੍ਰਿਸ਼ੀ ਪਰਾਸ਼ਰ, ਜਾਣੀ ਕ੍ਰਿਸ਼ੀ ਬਾਰੇ, ਖੇਤੀ ਬਾਰੇ। ਪਰਾਸ਼ਰ ਦੇ, ਰਿਸ਼ੀ ਪਰਾਸ਼ਰ ਦੇ ਜੋ ਉਹਨਾਂ ਦੀ ਵਿਆਖਿਆ ਖੇਤੀ ਦੀ, ਖੇਤੀ ਦਾ ਨੈਤਿਕ ਆਧਾਰ ਕੀ ਹੈ, ਖੇਤੀ ਦਾ ਆਰਥਿਕ ਜਾਂ ਸਮਾਜਿਕ ਜਾਂ ਉਹਦਾ ਹੋਰ ਮੁਲਾਂਕਣ ਉਸ ਗ੍ਰੰਥ ਦੇ ਵਿੱਚੋਂ ਕਰਦੇ ਨੇ। ਸਾਡੇ ਕੋਲੇ ਸ਼ਿਰਪਲਾ ਰਿਸ਼ੀ ਹੋਏ ਨੇ ਸਾਡੇ ਹਜ਼ਾਰਾਂ ਸਾਲ ਪਹਿਲਾਂ। ਉਹਨਾਂ ਨੇ ਇੱਕ ਕਿਤਾਬ ਲਿਖੀ ਵ੍ਰਿਖ ਆਯੁਰਵੇਦਾ। ਅਸੀਂ ਆਯੁਰਵੇਦਾ ਬਾਰੇ ਤਾਂ ਸੁਣਿਆ, ਲੇਕਿਨ ਵ੍ਰਿਖ ਆਯੁਰਵੇਦਾ ਕੀ ਹੁੰਦਾ ਹੈ ਇਹ ਸਾਨੂੰ ਰਿਸ਼ੀ ਸਰਪਲਾ ਨੇ ਦੱਸਿਆ। ਉਹਨਾਂ ਨੇ ਦੱਸਿਆ ਕਿ ਜਿਹੜੇ ਵਿਰਖ ਨੇ ਉਹਨਾਂ ਦਾ ਖੇਤੀ ਨਾਲ, ਉਹਨਾਂ ਦਾ ਮਨੁੱਖ ਨਾਲ, ਉਹਨਾਂ ਦਾ ਪ੍ਰਕਿਰਤੀ ਦੇ ਨਾਲ ਕੀ ਸੰਬੰਧ ਹੈ। ਜੇ ਉਹਨਾਂ ਰੁੱਖਾਂ ਨੂੰ ਕੋਈ ਸਮੱਸਿਆ ਹੁੰਦੀ ਹੈ, ਉਹਨਾਂ ਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ, ਉਹ ਕਦੇ ਬਿਮਾਰ ਹੁੰਦੇ ਨੇ, ਉਹਨਾਂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ। ਜਿਵੇਂ ਅਸੀਂ ਮਨੁੱਖ ਦਾ ਇਲਾਜ ਆਯੁਰਵੈਦ ਰਾਹੀਂ ਕਰਦੇ ਹਾਂ, ਇਸ ਤਰ੍ਹਾਂ ਹੀ ਆਚਾਰੀਆ ਰਿਸ਼ੀ ਸਿਰਪਲਾ ਨੇ ਸਾਨੂੰ ਦੱਸਿਆ ਕਿ ਜਿਹੜੇ ਸਾਡੇ ਬਿਰਖ ਨੇ ਉਹਨਾਂ ਦਾ ਇਲਾਜ ਆ ਜਿਹੜਾ ਉਹ ਇਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ। ਅਸੀਂ ਬਹੁਤ ਸਾਰੇ ਲੋਕਾਂ ਨੇ ਔਰੰਗਜ਼ੇਬ ਦਾ ਨਾਂ ਤਾਂ ਸੁਣਿਆ। ਬਿਲਕੁਲ ਜੀ। ਇੱਕ ਜ਼ਾਲਮ ਹੁਕਮਰਾਨ ਦੇ ਤੌਰ ਤੇ ਉਹਨਾਂ ਦਾ ਇੱਕ ਭਰਾ ਸੀਗਾ ਦਾਰਾ ਸ਼ਿਕੋ। ਦਾਰਾ ਸ਼ਿਕੋ ਇੱਕ ਐਸਾ ਬੰਦਾ ਸਾਡੇ ਕੋਲ ਇਤਿਹਾਸ ਦੇ ਵਿੱਚ ਜਿਹਨੇ ਇੱਕ ਬਹੁਤ ਹੀ ਮੁੱਲਵਾਨ ਕਿਤਾਬ ਉਹਨਾਂ ਸਮਿਆਂ ਦੇ ਵਿੱਚ ਲਿਖੀ। ਉਸ ਕਿਤਾਬ ਦਾ ਨਾਮ ਹੈਗਾ ਨੁਸਖਾ ਦਰ ਫਾਨੀ ਫਲਾਹਤ। ਨੁਸਖਾ ਦਰ ਫਾਨੀ ਫਲਾਹਤ ਨੂੰ ਜੇ ਅਸੀਂ ਅੰਗਰੇਜ਼ੀ 'ਚ ਟਰਾਂਸਲੇਟ ਕਰੀਏ ਤਾਂ ਉਹਦਾ ਮਤਲਬ ਹੁੰਦਾ ਹੈ ਕਿ ਆਰਟ ਆਫ ਐਗਰੀਕਲਚਰ। ਅੱਛਾ। ਐਗਰੀਕਲਚਰ ਦਾ ਜਿਹੜਾ ਆਰਟ ਹੈ ਉਹ ਨੁਸਖਾ ਦਰ ਫਾਨੀ ਫਲਾਹਤ ਨਾਂ ਦੀ ਕਿਤਾਬ ਜਿਹੜੀ ਫਾਰਸੀ ਦੇ ਵਿੱਚ ਦਾਰਾ ਸ਼ਿਕੋ ਨੇ ਲਿਖੀ ਹੈ। ਔਰ ਸਾਡੇ ਕੋਲੇ ਜਿਹੜੇ ਸਾਡੇ ਗੁਰੂ ਨੇ, ਸਾਡੇ 10 ਗੁਰੂ ਹੋਏ ਨੇ, ਉਹਨਾਂ 10 ਗੁਰੂਆਂ ਨੇ ਪਹਿਲੇ ਗੁਰੂ ਤੋਂ ਲੈ ਕੇ ਪੂਰੀ ਸਿੱਖ ਲਹਿਰ ਦੇ ਜਿਹੜੇ 10 ਗੁਰੂ ਨੇ ਉਹਨਾਂ ਦਾ ਖੇਤੀ ਦੇ ਨਾਲ ਬਹੁਤ ਡੂੰਘਾ ਸੰਬੰਧ ਰਿਹਾ। ਬਿਲਕੁਲ ਜੀ। ਹਾਂ। ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸਾਨੂੰ ਸਲੋਗਨ ਦਿੱਤਾ, ਪਵਨ ਪਾਣੀ, ਪਵਨ ਗੁਰੂ ਪਾਣੀ, ਮਾਤਾ ਧਰਤ ਮਹੱਤ ਦਾ। ਔਰ 52 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਕਰਤਾਰਪੁਰ ਸਾਹਿਬ ਆ ਕੇ ਉਹ ਖੇਤੀ ਕਰਦੇ ਆ। ਉਹ ਕਾਹਦੀ ਖੇਤੀ ਕਰਦੇ ਨੇ, ਕਿਸ ਸਮੇਂ ਦੀ ਖੇਤੀ ਕਰਦੇ ਆ,
ਇਹ ਚੀਜ਼ਾਂ ਦੇ ਬਾਰੇ ਹਾਲੇ ਸਾਡੀ ਸਿੱਖਾਂ ਨੂੰ ਜਾਂ ਸਾਡੇ ਆਮ ਜਿਹੜੇ ਲੋਕ ਨੇ, ਚਿੰਤਕ ਨੇ, ਉਹਨਾਂ ਨੂੰ ਅਸੀਂ ਕਦੇ ਖੋਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਨੇ ਕਾਹਦੀ ਖੇਤੀ ਕੀਤੀ, ਕਿਹੜੀ ਚੀਜ਼ ਦੇ ਉੱਤੇ ਉਹਨਾਂ ਨੇ ਕੰਮ ਕੀਤਾ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ, ਜਿਨ੍ਹਾਂ ਨੂੰ ਅੱਜ ਕੱਲ੍ਹ ਮਿਲਟਸ ਕਿਹਾ ਜਾਂਦਾ, ਮੂਲ ਅਨਾਜ, ਕੋਦਰਾ ਵਗੈਰਾ, ਉਹਨਾਂ ਦੀ ਖੇਤੀ ਹੈ ਜਿਹੜੀ ਕੀਤੀ। ਔਰ ਕੋਦਰੇ ਦੀ ਰੋਟੀ ਆਪਾਂ ਸੁਣਦੇ ਹਾਂ ਕਿ ਭਾਈ ਲਾਲੋ ਦੇ ਘਰੇ ਜਿਹੜੀ ਉਹਨਾਂ ਨੇ ਖਾਧੀ, ਉਹ ਕੋਦਰਾ ਉਹਨਾਂ ਨੇ ਆਪਣੀ ਜ਼ਮੀਨ ਦੇ ਵਿੱਚ ਬੀਜਿਆ ਵੀ। ਇਸ ਗੱਲ ਦੇ ਜਿਹੜੇ ਤੱਥ ਨੇ ਉਹ ਹੁਣ ਮਿਲੇ ਨੇ। ਔਰ ਸਾਡੇ ਗੁਰੂਆਂ ਨੇ, ਮੈਂ ਸਮਝਦਾ ਕਿ ਖੇਤੀ ਦੇ ਉੱਤੇ ਐਡਾ ਵੱਡਾ ਕੰਮ ਕੀਤਾ ਹੈ। ਤੁਸੀਂ ਦੇਖੋ, ਜਿਸ ਤਰ੍ਹਾਂ ਸਾਡੇ 5ਵੇਂ ਗੁਰੂ ਹੋਏ ਗੁਰੂ ਅਰਜਨ ਦੇਵ ਜੀ, ਉਹਨਾਂ ਨੇ ਪਾਣੀ ਦੀ ਜਿਹੜੀ ਮੈਨੇਜਮੈਂਟ ਹੈ, ਅੱਜ ਅਸੀਂ ਪਾਣੀ ਦੀ ਗੱਲ ਕਰਦੇ ਹਾਂ ਤਾਂ ਪਾਣੀ ਬਾਰੇ ਅਸੀਂ ਬਾਹਰਲੇ ਮੁਲਕਾਂ ਤੋਂ, ਬਾਹਰਲੇ ਲੋਕਾਂ ਤੋਂ, ਪੱਛਮ ਤੋਂ ਪਾਣੀ ਦੀ ਮੈਨੇਜਮੈਂਟ ਜਾਂ ਪਾਣੀ ਨੂੰ ਸੰਭਾਲਣਾ, ਉਹਦੇ ਬਾਰੇ ਅਸੀਂ ਥਿਊਰੀਆਂ ਲੈ ਕੇ ਆ ਰਹੇ ਹਾਂ। ਲੇਕਿਨ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਅੱਜ ਜਿਹੜਾ ਉਹ ਸ਼ਹਿਰ ਬਣ ਗਿਆ ਛੇਹਰਟਾ, ਉੱਥੇ ਪਹਿਲਾ ਖੂਹ ਲਾਇਆ। ਪਹਿਲਾਂ ਉਹਨਾਂ ਨੇ ਇੱਕ ਖੂਹ ਲਾਇਆ, ਇੱਕ ਹਲਟ ਵਾਲਾ, ਫਿਰ ਵੱਡਾ ਖੂਹ ਲਾਇਆ ਜਿਹਦੇ ਵਿੱਚ 2 ਹਲਟਾਂ 2 ਟਿੰਡਾਂ ਇੱਕੋ ਵੇਲੇ ਚੱਲਦੀਆਂ ਸੀ। ਫਿਰ ਉਹਨਾਂ ਨੇ ਲਾਇਆ 3 ਵਾਲਾ, ਫਿਰ 4 ਵਾਲਾ, ਫਿਰ 5 ਵਾਲਾ ਤੇ ਅਖੀਰ ਦੇ ਵਿੱਚ 6 ਵਾਲਾ। ਇਸੇ ਕਰਕੇ ਉਸ ਖੂਹ ਦਾ ਨਾਮ ਬਣਿਆ ਛੇ ਹਲਟਾ। 6 ਹਲਟੇ ਤੋਂ ਅੱਜ ਕੱਲ੍ਹ ਜਿਹੜਾ ਸ਼ਹਿਰ ਵਸਿਆ ਹੋਇਆ ਹੈ ਛੇਹਰਟਾ, ਅੰਮ੍ਰਿਤਸਰ ਦੇ ਵਿੱਚ। ਗੁਰੂ ਅਰਜਨ ਦੇਵ ਜੀ ਨੇ ਉੱਥੇ ਛੇਹਰਟੇ ਦੇ ਆਲੇ ਦੁਆਲੇ, ਮੈਨੂੰ ਲੱਗਦਾ ਕਿ 21 ਖੂਹ ਤਾਂ ਇਕੱਲੇ ਛੇਹਰਟੇ ਦੇ ਵਿੱਚ ਲਾਏ ਉਹਨਾਂ ਸਮਿਆਂ 'ਚ। ਔਰ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਦਿੱਲੀ ਦੀ ਹੁਕਮਰਾਨਾਂ ਦੇ ਨਾਲ ਜਦੋਂ ਉਹਨਾਂ ਦੀ ਜਿਹੜੀ ਹੈ ਕੰਟਰੋਡਕਸ਼ਨ ਕਾਫੀ ਵੱਧ ਜਾਂਦੀ ਹੈ ਔਰ ਸ਼ਹਾਦਤ ਲਈ ਉਹਨਾਂ ਨੂੰ ਦਿੱਲੀ ਵੱਲ ਨੂੰ ਜਾਣਾ ਪੈਂਦਾ, ਤਾਂ ਜਿੱਥੋਂ ਦੀ ਗੁਰੂ ਸਾਹਿਬ ਲੰਘਦੇ ਆ, ਜਾ ਰਹੇ ਹੁੰਦੇ ਆ, ਉੱਥੇ ਉਹ ਖੂਹ ਔਰ ਬੌਲੀਆਂ ਨੇ ਜਿਹੜੀਆਂ ਉਹ ਲਾਉਂਦੇ ਤੁਰੇ ਜਾਂਦੇ ਆ। ਕਿਹਾ ਜਾਂਦਾ ਕਿ ਉਹਨਾਂ ਨੇ ਸੈਂਕੜੇ ਖੂਹ ਨੇ ਜਿਹੜੇ ਲਾਏ। ਉਹ ਖੂਹ ਇਕੱਲੇ ਸਿਰਫ ਪਾਣੀ ਲਈ ਨਹੀਂ ਸੀ, ਉਹਨਾਂ ਦਾ ਸੰਬੰਧ ਜਿਹੜਾ ਖੇਤੀ ਨਾਲ ਵੀ ਸੀਗਾ। ਫਿਰ ਸਾਡੇ 7ਵੇਂ ਗੁਰੂ ਹਰ ਰਾਏ ਜੀ ਹੋਏ ਨੇ। ਹਿੰਦੁਸਤਾਨ ਦਾ ਪਹਿਲਾ ਬੋਟੈਨੀਕਲ ਗਾਰਡਨ ਜਿਹੜਾ 7ਵੇਂ ਗੁਰੂ ਹਰ ਰਾਏ ਜੀ ਨੇ ਕੀਰਤਪੁਰ ਸਾਹਿਬ 'ਚ ਬਣਾਇਆ। ਉਸ ਵੇਲੇ ਉਸ ਨੂੰ ਬੋਟੈਨੀਕਲ ਗਾਰਡਨ ਨਹੀਂ ਸੀ ਕਹਿੰਦੇ, ਉਸ ਵੇਲੇ ਉਸ ਨੂੰ ਜੜੀ ਬੂਟੀ ਬਗੀਚਾ ਕਿਹਾ ਜਾਂਦਾ ਸੀ। ਅੱਜ ਜਿਹੜਾ ਅਸੀਂ ਬੋਟੈਨੀਕਲ ਗਾਰਡਨ ਦੀ ਗੱਲ ਕਰਦੇ ਹਾਂ, ਹਿੰਦੁਸਤਾਨ ਦੇ ਵਿੱਚ ਹਿਸਟਰੀ ਹੈ ਇਹ ਕਿ ਪਹਿਲਾ ਬੋਟੈਨੀਕਲ ਗਾਰਡਨ ਜਿਹੜਾ ਹੈਗਾ ਉਹ ਸਾਡੇ ਸਿੱਖ ਗੁਰੂਆਂ ਨੇ, 7ਵੇਂ ਗੁਰੂ ਸ਼੍ਰੀ ਗੁਰੂ ਰਾਏ ਜੀ ਨੇ, ਹਰ ਰਾਏ ਜੀ ਨੇ ਕੀਰਤਪੁਰ ਸਾਹਿਬ ਦੇ ਵਿੱਚ ਬਣਾਇਆ। ਉੱਥੇ ਇੰਨੀਆਂ ਬੇਸ਼ਕੀਮਤੀ ਜੜੀ ਬੂਟੀਆਂ ਬਣਾਈਆਂ ਉਹਨਾਂ ਨੇ ਕਿ ਉਹਦੀ ਚਰਚਾ ਜਿਹੜੀ ਉਹ ਬਹੁਤ ਦੂਰ ਤੱਕ ਚਲੀ ਗਈ। ਇੰਨੀ ਚਰਚਾ ਹੋਈ ਕਿ ਸ਼ਾਹਜਹਾਨ ਦੀ ਜਿਹੜੀ ਬੀਵੀ ਸੀ ਮੁਮਤਾਜ਼, ਉਹ ਬਿਮਾਰ ਹੋ ਗਈ ਇੱਕ ਸਮੇਂ, ਕਿਉਂਕਿ ਸ਼ਾਹਜਹਾਨ ਤੇ 7ਵੇਂ ਗੁਰੂ ਸਾਡੇ ਸਮਕਾਲੀ ਹੋਏ ਹੈ। ਉਹਨਾਂ ਦੀ ਬੀਬੀ ਜਦੋਂ ਬਿਮਾਰ ਹੋਈ ਤਾਂ ਕਿਸੇ ਨੇ ਕਿਹਾ ਕਿ ਆਹ ਬੂਟੀਆਂ ਸਾਨੂੰ ਚਾਹੀਦੀਆਂ, ਇਹ ਬੂਟੀਆਂ ਜੇ ਤੁਸੀਂ ਲੈ ਕੇ ਆਓਗੇ ਤਾਂ ਉਹ ਠੀਕ ਹੋ ਸਕਦੀ ਹੈ। ਉਹਨਾਂ ਦੇ ਵੈਦ ਗਏ ਹਿਮਾਲਿਆ ਦੇ ਉੱਤੇ, ਲੇਕਿਨ ਜੜੀ ਬੂਟੀਆਂ ਨਹੀਂ ਮਿਲੀਆਂ। ਉਹ ਵੈਦ ਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਕੀਰਤਪੁਰ ਸਾਹਿਬ ਜਾਓ, ਔਰ ਕੀਰਤਪੁਰ ਸਾਹਿਬ ਆਏ, ਉੱਥੋਂ ਉਹ ਜੜੀ ਬੂਟੀਆਂ ਮਿਲੀਆਂ ਔਰ ਮੁਮਤਾਜ਼ ਦਾ ਇਲਾਜ ਹੋਇਆ ਤੇ ਮੁਮਤਾਜ਼ ਠੀਕ ਹੋ ਗਈ। ਸ਼ਾਹਜਹਾਨ ਇਸ ਗੱਲ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਉੱਥੋਂ ਚੱਲ ਕੇ ਗੁਰੂ ਸਾਹਿਬ ਨੂੰ ਇੱਥੇ ਮਿਲਣ ਲਈ ਆਇਆ। ਬਾਅਦ ਦੇ ਵਿੱਚ ਇਤਿਹਾਸ ਦੇ ਵਿੱਚ ਇਹ ਵੀ ਆਉਂਦਾ ਕਿ ਉਹਨਾਂ ਨੇ ਗੁਰੂ ਸਾਹਿਬ ਦੇ ਨਾਲ ਜਿਹੜੀ ਹੈ ਉਹ ਇੱਕ ਮੁਲਾਕਾਤ ਕੀਤੀ। ਮੱਧ ਪ੍ਰਦੇਸ਼ ਦੇ ਵਿੱਚ ਬਹਿਰਾਨਪੁਰ ਆਉਂਦਾ ਹੈ, ਬਹਿਰਾਨਪੁਰ ਨਾਂ ਦੀ ਇੱਕ ਜਗ੍ਹਾ ਹੈ, ਉੱਥੇ ਦੁਬਾਰਾ ਫਿਰ ਉਹ ਮਿਲੇ। ਉੱਥੇ ਉਹਨਾਂ ਨੇ ਮਿਲਣ ਦਾ ਸਿਰਫ ਇੱਕੋ ਮਕਸਦ ਸੀਗਾ ਕਿ ਮੈਂ ਇੱਥੇ ਜੜੀ ਬੂਟੀਆਂ ਲਾਉਣਾ ਚਾਹੁੰਦਾ ਤੇ ਉਹਨਾਂ ਨੇ ਜੜੀ ਬੂਟੀਆਂ ਦਾ ਜਿਹੜਾ ਬਗੀਚਾ ਹੈਗਾ, ਜਿਹਨੂੰ ਅਸੀਂ ਬੋਟੈਨੀਕਲ ਗਾਰਡਨ ਕਹਿੰਦੇ ਆ, ਉਹ ਉੱਥੇ ਸਥਾਪਿਤ ਕੀਤਾ। ਉਸ ਤੋਂ ਅੱਗੇ ਉਸ ਬਗੀਚੇ ਦੇ ਵਿੱਚ ਉਹਨਾਂ ਨੇ ਆਪਣੇ ਸਿੰਘਾਂ ਨੂੰ ਕਿਹਾ ਕਿ ਸਿੰਘੋ ਆਪਾਂ ਇੱਥੇ ਚੰਦਨ ਪੈਦਾ ਕਰਨਾ ਹੈ। ਆਪਾਂ ਨੂੰ ਪਤਾ ਕਿ ਚੰਦਨ ਹੈ ਜਿਹੜਾ ਉਹ ਦੱਖਣੀ ਭਾਰਤ ਦੀ ਇੱਕ ਦਰਖਤ ਹੈ, ਬਹੁਤ ਕੀਮਤ ਆ ਚੰਦਨ ਦੀ, ਬਹੁਤ ਜ਼ਿਆਦਾ ਕੀਮਤੀ ਹੈ। ਉਹਦੇ ਵਿੱਚ ਵੀ ਇੱਕ ਸਪੈਸੀਫਿਕ ਵੈਰਾਈਟੀ ਹੁੰਦੀ ਹੈ, ਉਹਨੂੰ 52 ਚੰਦਨ ਕਿਹਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਸਿੰਘੋ ਇੱਥੇ 52 ਚੰਦਨ ਪੈਦਾ ਕਰਨਾ ਹੈ। ਤਾਂ ਸਿੰਘਾਂ ਨੇ ਕਿਹਾ ਕਿ ਗੁਰੂ ਜੀ 52 ਚੰਦਨ ਇੱਥੇ ਪੈਦਾ ਹੋਣਾ ਨਹੀਂ, ਉਹ ਕਹਿੰਦੇ ਕਰਨਾ ਹੈ। ਔਰ ਗੁਰੂ ਹਰ ਰਾਏ ਜੀ ਨੇ ਕੀਰਤਪੁਰ ਸਾਹਿਬ ਦੇ ਵਿੱਚ 52 ਚੰਦਨ ਪੈਦਾ ਕੀਤਾ, ਇਤਿਹਾਸ ਦੇ ਵਿੱਚ ਦਰਜ ਹੈ। 10ਵੇਂ ਗੁਰੂ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਬੈਠੇ ਸੀ ਤਾਂ ਉੱਥੇ ਉਹਨਾਂ ਨੇ ਵੀ ਥੋੜੀ ਬਹੁਤੀ ਖੇਤੀ, ਥੋੜੀ ਬਹੁਤੀ ਗਾਰਡਨਿੰਗ ਆ ਜਿਹੜੀ ਆਲੇ ਦੁਆਲੇ ਸ਼ੁਰੂ ਕੀਤੀ। ਤਾਂ ਉੱਥੇ ਉਹਨਾਂ ਨੇ ਸਿੰਘਾਂ ਨੂੰ ਕਿਹਾ ਕਿ ਸਿੰਘੋ ਆਪਾਂ ਕੇਸਰ ਪੈਦਾ ਕਰਨਾ ਹੈ। ਤਾਂ ਉਹਨਾਂ ਨੇ ਕਿਹਾ ਕਿ ਗੁਰੂ ਜੀ ਕੇਸਰ ਇੱਥੇ ਪੈਦਾ ਨਹੀਂ ਹੋਣਾ,
ਇਹ ਕਸ਼ਮੀਰ ਦੇ ਵਿੱਚ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਕੇਸਰ ਇੱਥੇ ਪੈਦਾ ਹੋਊਗਾ ਤੇ ਆਪਾਂ ਕਰਾਂਗੇ। ਔਰ ਇਹ ਤੱਥ ਹੈ ਕਿ ਆਨੰਦਪੁਰ ਸਾਹਿਬ ਦੇ ਵਿੱਚ ਕੇਸਰ ਪੈਦਾ ਹੋਇਆ ਤੇ ਉਸ ਕੇਸਰ ਦਾ ਪ੍ਰਸ਼ਾਦ ਆ ਜਿਹੜਾ ਉਹ ਸੰਗਤ ਦੇ ਵਿੱਚ ਵਰਤਾਇਆ ਗਿਆ। ਇਹ ਗੱਲਾਂ ਕਰਨ ਦਾ ਮੇਰਾ ਮਤਲਬ ਤਾਂ ਹੈ ਕਿ ਸਾਡੀ ਜਿਹੜੀ ਵਿਰਾਸਤ ਹੈ ਖੇਤੀ ਦੀ ਉਹ ਬਹੁਤ ਵੱਡੀ ਆ, ਬਹੁਤ ਅਮੀਰ ਹੈ, ਬਹੁਤ ਡੀਪ ਹੈ, ਉਹਦੇ ਬਹੁਤ ਜ਼ਿਆਦਾ ਵਿਸਥਾਰ ਪਏ ਨੇ। ਲੇਕਿਨ ਅਸੀਂ ਉਹਨਾਂ ਵਿਸਥਾਰਾਂ ਵੱਲ ਕਦੇ ਗਏ ਨਹੀਂ ਹਾਂ, ਨਾ ਹੀ ਸਾਨੂੰ ਕਦੇ ਜਾਣ ਦੀ ਲੋੜ ਪਈ ਹੈ। ਅਸੀਂ ਜਿਹੜਾ ਖੇਤੀ ਦਾ ਮਾਡਲ ਲੈ ਕੇ ਆ ਰਹੇ ਹਾਂ ਉਹ ਦੂਜੀਆਂ ਸਟੇਟਾਂ ਤੋਂ ਲੈ ਕੇ ਆ ਰਹੇ ਹਾਂ, ਦੂਜੇ ਮੁਲਕਾਂ ਤੋਂ ਲੈ ਕੇ ਆ ਰਹੇ ਹਾਂ, ਦੂਜੇ ਜਿਹੜੇ ਵਿਕਸਿਤ ਮੁਲਕ ਜਿਨ੍ਹਾਂ ਨੂੰ ਸੋ ਕਾਲਡ ਕਿਹਾ ਜਾਂਦਾ ਹੈ, ਅਸੀਂ ਉਹਨਾਂ ਤੋਂ ਲੈ ਕੇ ਆ ਰਹੇ ਹਾਂ। ਲੇਕਿਨ ਜਿਹੜੀ ਸਾਡੀ ਆਪਣੀ ਵਿਰਾਸਤ ਪਈ ਹੈ, ਮੈਂ ਹੋਰ ਇੱਕ ਗੱਲ ਮੇਰੇ ਯਾਦ ਆ ਗਈ। ਇੱਕ ਸਾਡੇ ਰਿਸ਼ੀ ਹੋਏ ਨੇ ਹਮਸ਼ਾ ਦੇਵਾ, ਰਿਸ਼ੀ ਹਮਸ਼ਾ ਦੇਵਾ ਉਹਨਾਂ ਦਾ ਨਾਂ ਸੀ। ਉਹਨਾਂ ਦੀ ਇੱਕ ਬੁੱਕ ਹੈਗੀ ਮਿਰਗਾ ਪਕਸ਼ੀ ਸ਼ਾਸਤਰਾ। ਮਿਰਗਾ ਪਕਸ਼ੀ ਸ਼ਾਸਤਰਾ ਉਹ ਕਿਤਾਬ ਹੈ ਜਿਹੜੀ ਦੁਨੀਆ ਦੀ ਮੈਨੂੰ ਲੱਗਦਾ ਕਿ ਪਹਿਲੀ ਕਿਤਾਬ ਹੈ ਜਿਹੜੀ ਬਰਡ ਔਰ ਐਨੀਮਲਸ ਦੇ ਬਾਰੇ ਹੈ। ਉਹ ਦੱਸਦੀ ਹੈ ਕਿ ਪੰਛੀ, ਪਸ਼ੂ, ਇਹਨਾਂ ਦਾ ਹਿਊਮਨ ਸਿਵਲਾਈਜੇਸ਼ਨ ਦੇ ਨਾਲ ਕੀ ਰਿਸ਼ਤਾ ਹੈ, ਇਹਨਾਂ ਦਾ ਖੇਤੀ ਦੇ ਨਾਲ ਕੀ ਰਿਸ਼ਤਾ ਹੈ, ਇਹ ਕੀ ਕਰਦੇ ਨੇ, ਕੀ ਚਾਹੁੰਦੇ ਹੈ, ਕਿਵੇਂ ਰਹਿੰਦੇ ਹੈ, ਔਰ ਇਹ ਬਿਮਾਰ ਕਿਵੇਂ ਹੁੰਦੇ ਆ, ਠੀਕ ਕਿਵੇਂ ਹੁੰਦੇ ਆ, ਇਹਨਾਂ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ। ਉਹ ਮੇਰੇ ਖਿਆਲ 'ਚ ਦੁਨੀਆ ਦੀ ਸਾਰਿਆਂ ਤੋਂ ਪੁਰਾਤਨ ਕਿਤਾਬ ਹੈ ਜਿਹੜੀ ਉਹ ਮਿਰਗਾ ਪਕਸ਼ੀ ਸ਼ਾਸਤਰ ਹੈਗੀ ਰਿਸ਼ੀ ਹਮਸ਼ਾ ਦੇਵਾ ਦੀ। ਲੇਕਿਨ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਭੁੱਲ ਚੁੱਕੇ ਹਾਂ, ਜਾਂ ਸਾਨੂੰ ਆਧੁਨਿਕ ਸਾਇੰਸ ਜਿਹੜੀ ਮਾਡਰਨ ਐਜੂਕੇਸ਼ਨ ਦੇ ਨਾਂ ਹੇਠ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਹੌਲੀ ਹੌਲੀ ਭੁਲਾ ਦਿੱਤੀਆਂ ਗਈਆਂ ਨੇ। ਮੈਨੂੰ ਲੱਗਦਾ ਆਪਣੇ ਮਿਲਣ ਦਾ ਕਾਰਨ ਵੀ ਇਹੀ ਹੈ ਕਿਉਂਕਿ ਲੱਗਦਾ ਕਿ ਭੁੱਲ ਗਏ ਆ ਤੇ ਆਪਾਂ ਕੋਸ਼ਿਸ਼ ਕੀਤੀ ਹੈ ਕਿ ਉਧਰ ਨੂੰ ਜਾਈਏ, ਹਨਾ। ਥੋੜਾ ਜਿਹਾ ਆਪਾਂ ਹਿਸਟਰੀ ਤੇ ਤਾਂ ਗੱਲ ਕੀਤੀ ਹੈ, ਤੁਸੀਂ ਇੱਕ ਵਿੱਚ ਗੱਲ ਕੀਤੀ ਸੀ ਮਾਡਲ ਦੀ ਕਿ ਖੇਤੀਬਾੜੀ ਮਾਡਲ ਅਸੀਂ ਬਾਹਰੋਂ ਲੈ ਰਹੇ ਹਾਂ, ਹਨਾ। ਆਪਣਾ ਮਾਡਲ ਕਿਹੋ ਜਿਹਾ ਹੈ ਹੁਣ? ਅੱਗੇ ਗੱਲ ਕਰਾਂਗੇ ਵੀ ਕਿਹੋ ਜਿਹਾ ਮਾਡਲ ਹੋਣਾ ਚਾਹੀਦਾ, ਤਾਂ ਆਪਣਾ ਹੁਣ ਮੌਜੂਦਾ ਮਾਡਲ ਕਿਹੋ ਜਿਹਾ ਹੈ? ਜਿਹੜਾ ਮੌਜੂਦਾ ਮਾਡਲ ਹੈ ਇਹ ਇੱਕ ਕਾਰਪੋਰੇਟ ਦਾ ਮਾਡਲ ਹੈ। ਇਹ ਪ੍ਰਕਿਰਤੀ ਵਿਰੋਧੀ ਹੈ, ਮਨੁੱਖ ਵਿਰੋਧੀ ਹੈ, ਪਸ਼ੂ ਵਿਰੋਧੀ ਹੈ, ਪੰਛੀ ਵਿਰੋਧੀ ਹੈ, ਸਾਡੀ ਧਰਤੀ ਦੀ ਸੋਇਲ ਜਿਹੜੀ ਹੈ, ਸੋਇਲ ਦੀ ਹੈਲਥ ਵਿਰੋਧੀ ਹੈ, ਪਾਣੀ ਵਿਰੋਧੀ ਹੈ, ਹਵਾ ਵਿਰੋਧੀ ਹੈ। ਇਹਦਾ ਕੰਮ ਸਿਰਫ ਤੇ ਸਿਰਫ ਮੁਨਾਫਾ ਹੈ। ਇਹ ਮੁਨਾਫੇ ਦੇ ਉੱਤੇ ਉਸਰਿਆ ਹੋਇਆ ਜਿਹੜਾ ਖੇਤੀ ਦਾ ਮਾਡਲ ਹੈ। ਤੁਸੀਂ ਦੇਖੋ ਕਿ ਇੱਕ ਬੜੀ ਹੈਰਾਨੀਜਨਕ ਸਾਡੇ ਤੱਥ ਨੇ ਜਿਹੜੇ ਸਾਡੇ ਸਾਹਮਣੇ ਆਉਂਦੇ ਨੇ। ਉਹ ਕੀ ਨੇ? 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਸ ਵੇਲੇ ਸਾਡੇ ਕੋਲੇ ਖੇਤੀ ਵਿਗਿਆਨੀ ਨਾ ਮਾਤਰ ਸੀ ਤੇ ਕਿਸਾਨਾਂ ਦੇ ਉੱਤੇ ਕਰਜ਼ਾ ਤੇ ਖੁਦਕਸ਼ੀ ਉਹ ਵੀ ਨਾ ਮਾਤਰ ਸੀ। ਜਿਵੇਂ ਜਿਵੇਂ ਸਾਡੇ ਖੇਤੀ ਸਾਇੰਟਿਸਟਾਂ ਦੀ ਗਿਣਤੀ ਵਧੀ, ਜਿਵੇਂ ਜਿਵੇਂ ਸਾਡੀਆਂ ਖੌਤੀ ਯੂਨੀਵਰਸਿਟੀਆਂ ਦੀ ਗਿਣਤੀ ਵਧੀ, ਜਿਵੇਂ ਜਿਵੇਂ ਜਿਹੜਾ ਇਹ ਮਾਡਲ ਦੀ ਇੰਪਲੀਮੈਂਟੇਸ਼ਨ ਜਿਹੜੀ ਹੋਈ ਹੈ ਉਹਦੇ ਨਾਲ ਸਾਡੇ ਕਿਸਾਨਾਂ ਦੇ ਸਿਰ ਕਰਜ਼ਾ ਵਧਿਆ ਤੇ ਖੁਦਕਸ਼ੀਆਂ ਵਧੀਆਂ। ਅੱਜ ਹਿੰਦੁਸਤਾਨ ਦੇ ਵਿੱਚ 45,000 ਦੇ ਕਰੀਬ ਖੇਤੀ ਸਾਇੰਟਿਸਟ ਨੇ। ਜਦੋਂ ਖੇਤੀ ਸਾਇੰਟਿਸਟ ਹੈ ਨਹੀਂ ਸੀ ਉਦੋਂ ਕਰਜ਼ਾ ਨਹੀਂ ਸੀ, ਉਦੋਂ ਖੁਦਕਸ਼ੀਆਂ ਨਹੀਂ ਸੀ। ਜਦੋਂ 45,000 ਸਾਇੰਟਿਸਟ ਤੁਹਾਡੇ ਕੋਲੇ ਮੌਜੂਦ ਨੇ, ਤੁਹਾਡੇ ਕੋਲੇ ਅਨੇਕਾਂ ਯੂਨੀਵਰਸਿਟੀਆਂ ਮੌਜੂਦ ਨੇ, ਤਾਂ ਫਿਰ ਇਹ ਹੋਣਾ ਨਹੀਂ ਸੀ ਚਾਹੀਦਾ। ਇਹੀ ਹੁਣ ਹੈ ਜੀ ਵੀ ਇਹ ਕਿਉਂ ਹੋ ਗਿਆ, ਪਰ ਹੋਣਾ ਚਾਹੀਦਾ ਸੀ, ਹੋ ਕਿਉਂ ਗਿਆ? ਹਾਂ, ਇਹਦੇ ਲਈ ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਖੇਤੀ ਯੂਨੀਵਰਸਿਟੀਆਂ ਦੇ ਜਿਹੜੇ ਸਾਇੰਟਿਸਟ ਨੇ ਜਾਂ ਖੇਤੀ ਯੂਨੀਵਰਸਿਟੀਆਂ ਉਹਦੇ ਲਈ ਦੋਸ਼ੀ ਨੇ। ਦੋਸ਼ੀ ਮਾਡਲ ਹੈ, ਗੱਲ ਸਮਝਣ ਵਾਲੀ ਹੈ। ਇਹਨਾਂ ਪ੍ਰੋਫੈਸਰਾਂ ਦੇ ਵਿੱਚ, ਇਹਨਾਂ ਡਾਕਟਰਾਂ ਦੇ ਵਿੱਚ, ਇਹਨਾਂ ਸਾਇੰਟਿਸਟਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਉਹ ਸਾਡੇ 'ਚੋਂ ਗਏ ਆ, ਸਾਡੇ ਹੀ ਲੋਕ ਨੇ, ਉਹ ਲੋਕਾਂ ਦਾ ਭਲਾ ਚਾਹੁੰਦੇ ਹੋਣਗੇ। ਲੇਕਿਨ ਜਦੋਂ ਕਾਰਪੋਰੇਟ ਦਾ ਮਾਡਲ ਜਿਹੜਾ ਮਨੁੱਖ ਦੀ ਲੁੱਟ ਉੱਥੇ ਉਸਰਿਆ ਹੋਇਆ ਹੈ, ਉਹ ਜਦੋਂ ਅਮਰੀਕਾ 'ਚੋਂ ਬਣ ਕੇ ਆਉਂਦਾ ਹੈ ਤਾਂ ਇਹੀ ਕੁਝ ਹੋਣਾ ਸੀ। ਉਹ ਮਾਡਲ ਨੇ ਕਿਉਂਕਿ ਨਾ ਤਾਂ ਧਰਤੀ ਦੀ ਸੋਇਲ ਬਾਰੇ ਸੋਚਿਆ, ਸੋਇਲ ਦੀ ਹੈਲਥ ਬਾਰੇ ਸੋਚਿਆ, ਨਾ ਉਹਨਾਂ ਨੇ ਸਾਡੇ ਪਸ਼ੂਆਂ ਬਾਰੇ ਸੋਚਿਆ, ਨਾ ਉਹਨਾਂ ਨੇ ਹਿਊਮਨ ਹੈਲਥ ਬਾਰੇ ਸੋਚਿਆ। ਸੋ ਉਹਦਾ ਸਿਰਫ ਇੱਕੋ ਇੱਕ ਮਕਸਦ ਹੈਗਾ, ਲੁੱਟ ਕਰਨੀ, ਕਿਵੇਂ ਨਾ ਕਿਵੇਂ ਮੁਨਾਫਾ ਲੈਣਾ, ਕਿਵੇਂ ਨਾ ਕਿਵੇਂ ਵੱਧ ਪੈਦਾਵਾਰ ਲੈਣੀ। ਤੁਹਾਨੂੰ ਮੈਂ ਇੱਕ ਗੱਲ ਯਾਦ ਕਰਾਉਣੀ ਚਾਹੁੰਦਾ ਕਿ ਸਾਡੇ ਕੋਲੇ ਇਹੋ ਜਿਹੇ ਬੀਜ ਸੀ, ਇਹੋ ਜਿਹੇ ਸੀਡ ਸੀ ਜਿਹੜੇ ਬੜੇ ਕਮਾਲ ਦੇ ਸੀ। ਫਾਰ ਐਗਜ਼ਾਮਪਲ ਪੰਜਾਬ ਦੇ ਵਿੱਚ ਕਣਕ ਦੇ 3 ਸੀਡ ਸੀ। ਇੱਕ ਐਨਕੌਰਨ ਸੀ, ਦੂਜੀ ਬੰਸੀ ਸੀ, ਤੀਜੀ ਸ਼ਰਬਤੀ ਸੀ। ਬੰਸੀ ਔਰ ਐਨਕੌਰਨ ਬਾਰੇ ਕਿਹਾ ਜਾਂਦਾ ਹੈ ਕਿ ਉਹ 4500 ਸਾਲ ਪਹਿਲਾਂ, 4000 ਤੋਂ ਲੈ ਕੇ 4500 ਸਾਲ ਪਹਿਲਾਂ ਦੀਆਂ ਵੈਰਾਈਟੀਆਂ ਨੇ। ਉਹ ਸਿਰਫ 2 ਪਾਣੀ ਲੈਂਦੀਆਂ ਸੀ, ਪਰ ਝਾੜ ਕਦੇ 8 ਤੋਂ 10 ਕੁਇੰਟਲ ਤੋਂ ਨਹੀਂ ਸੀ ਵਧਿਆ। ਝਾੜ ਅਸੀਂ 20 ਕੁਇੰਟਲ ਕਰ ਲਿਆ, ਲੇਕਿਨ ਜਿਹੜਾ ਪਾਣੀ ਹੈ ਉਹਦੀ ਖਪਤ ਹੈ ਜਿਹੜੀ ਉਹ ਅੱਜ ਦੀ ਕਣਕ ਹੈ ਉਹ 4 ਤੋਂ 6 ਪਾਣੀ ਲੈਂਦੀ ਹੈ। ਔਰ ਉਹਦੇ ਨਾਲ ਜਿਹੜੀ ਪਾਣੀ ਦੀ ਖਪਤ ਬੇਤਹਾਸ਼ਾ ਵੱਧ ਗਈ।
ਪਾਣੀ ਦੀ ਜਿਹੜੀ ਤਬਾਹੀ ਹੈ ਵੱਡੇ ਪੱਧਰ ਤੇ ਹੋਈ, ਲੇਕਿਨ ਜਿਹੜੇ ਸਾਡੇ ਉਹ ਬੇਸ਼ਕੀਮਤੀ ਬੀਜ ਸੀ, ਬਾਂਸੀ ਕਣਕ ਦੀ ਨਿਊਟ੍ਰੀਸ਼ਨ ਵੈਲਿਊ, ਉਹਦੇ ਅੰਦਰ ਕਿੰਨੇ ਨਿਊਟ੍ਰੀਐਂਟ ਨੇ, ਉਹਦੇ ਅੰਦਰ ਕਿੰਨਾ ਜ਼ਿੰਕ ਹੈ, ਉਹਦੇ ਅੰਦਰ ਕਿੰਨੇ ਪ੍ਰੋਟੀਨ ਨੇ, ਉਹਦੇ ਅੰਦਰ ਕਿੰਨੀ ਗਲੂਕੋਜ਼ ਦੀ ਮਾਤਰਾ ਹੈ, ਉਹ ਸਾਡੀ ਪ੍ਰੋ ਬਾਡੀ ਹੈ, ਹਿਊਮਨ ਪ੍ਰੋ ਬਾਡੀ ਹੈ ਉਹ ਜਿਹੜੀ ਉਹ ਕਣਕ ਦੀ ਸੀਡ ਨੇ। ਲੇਕਿਨ ਜਿਹੜੇ ਹਾਈਬ੍ਰਿਡ ਸੀਡ ਅਸੀਂ ਲੈ ਕੇ ਆਂਦੇ ਇਸ ਖੇਤੀ ਮਾਡਲ ਨੇ, ਉਹਨਾਂ ਦੇ ਵਿੱਚ ਤਾਂ ਹੈ ਹੀ ਕੁਛ ਨਹੀਂ, ਉਹਦੇ ਵਿੱਚ ਪ੍ਰੋਟੀਨ ਨਹੀਂ ਹੈ, ਕੋਈ ਨਿਊਟ੍ਰੀਸ਼ਨ ਉਹਦੀ ਵੈਲਿਊ ਨਹੀਂ ਹੈਗੀ, ਉਹ ਸਿਰਫ ਇੱਕ ਫੋਕਟ ਹੈ, ਢਿੱਡ ਭਰਨ ਲਈ ਤੁਹਾਨੂੰ ਦਿੱਤਾ ਜਾ ਰਿਹਾ ਹੈ। ਔਰ ਬਿਮਾਰੀਆਂ ਦਾ ਕਾਰਨ ਜਿਹੜਾ ਉਹ ਸਾਡਾ ਫੂਡ ਹੈ, ਫੂਡ ਇਸ ਮਾਡਲ ਦੀ ਦੇਣ ਹੈ। ਸੋ ਇਸ ਮਾਡਲ ਨੇ ਸਾਡੇ ਫੂਡ ਦੀ ਜਿੱਥੇ ਤਬਾਹੀ ਕੀਤੀ, ਇਸ ਮਾਡਲ ਨੇ ਸਾਡੀ ਖੇਤੀ ਦੀ ਤਬਾਹੀ ਕੀਤੀ, ਸਾਡੀ ਜ਼ਮੀਨ ਖਾ ਲਈ, ਪਾਣੀ ਖਾ ਲਿਆ, ਇਹ ਸਾਰਾ ਇਸ ਮਾਡਲ ਦੀ ਦੇਣ ਕਰਕੇ ਹੋਇਆ ਸਾਰਾ ਕੁਝ। ਤੁਸੀਂ ਪਹਿਲਾਂ ਗੱਲ ਕੀਤੀ ਸੀਗੀ ਜੀ ਖੇਤੀਬਾੜੀ ਮਾਡਲ ਦੀ ਆਪਾਂ ਗੱਲ ਕਰ ਲਈ, ਕੁਝ ਵਿੱਚ ਨਾ ਤੁਸੀਂ ਹਿੰਟ ਦਿੱਤਾ ਸੀਗਾ ਕਿ ਪਸ਼ੂ ਪੰਛੀਆਂ ਬਾਰੇ ਵੀ ਕਿਤਾਬਾਂ ਲਿਖੀਆਂ ਗਈਆਂ ਨੇ ਕਿ ਉਹ ਕਿਵੇਂ ਖੇਤੀਬਾੜੀ ਲਈ ਸਹਾਇਕ ਨੇ, ਕਿਵੇਂ ਮਿੱਤਰ ਨੇ। ਜਿਵੇਂ ਆਮ ਤੌਰ ਤੇ ਦੇਖਦੇ ਆ ਕਿ ਖੇਤਾਂ ਵਿੱਚ ਪਸ਼ੂ ਪੰਛੀਆਂ ਨੂੰ ਹੁਣ ਤਾਂ ਵੜਨ ਹੀ ਨਹੀਂ ਦਿੱਤਾ ਜਾਂਦਾ, ਹਨਾ, ਇਹੋ ਜਿਹਾ ਮਾਡਲ ਬਣ ਗਿਆ। ਥੋੜਾ ਜਿਹਾ ਉਹਨਾਂ ਬਾਰੇ ਚਾਨਣਾ ਜ਼ਰੂਰ। ਖੇਤੀ ਆ ਜਿਹੜੀ ਉਹ 4 ਪਿੱਲਰਾਂ ਤੇ ਖੜੀ ਹੈ। ਉਹ 4 ਪਿੱਲਰ ਕਿਹੜੇ ਕਿਹੜੇ ਨੇ? ਉਹਦੇ ਵਿੱਚ ਇੱਕ ਪਿੱਲਰ ਹੈਗੇ ਨੇ ਸੂਖਸ਼ਮ ਜੀਵ ਜਿਹੜੇ ਧਰਤੀ ਦੇ ਹੇਠਾਂ ਨੇ, ਉਹਦਾ ਦੂਸਰਾ ਪਿੱਲਰ ਹੈਗਾ ਪੰਛੀ, ਤੀਸਰਾ ਪਿੱਲਰ ਹੈਗੇ ਨੇ ਪਸ਼ੂ, ਤੇ ਚੌਥਾ ਪਿੱਲਰ ਹੈਗੇ ਨੇ ਰੁੱਖ। ਇਹ 4 ਪਿੱਲਰਾਂ ਤੋਂ ਬਿਨਾ ਐਗਰੀਕਲਚਰ ਨਹੀਂ ਹੋ ਸਕਦੀ। ਹੁਣ ਆਪਾਂ ਚਾਰੇ ਪਿੱਲਰਾਂ ਦੀ ਇਕੱਲੇ ਦੀ ਗੱਲ ਕਰ ਲਈਏ। ਪਹਿਲੇ ਸੂਖਸ਼ਮ ਜੀਵ ਦੀ ਗੱਲ ਕਰਦੇ ਹਾਂ। ਸੂਖਸ਼ਮ ਜੀਵ ਨੇ ਜਿਹੜੇ ਉਹ ਇੰਨਾ ਕੰਮ ਕਰਦੇ ਨੇ ਬਿਨਾਂ ਤਨਖਾਹ ਤੋਂ, ਐਡੇ ਵੱਡੇ ਕੰਮ ਇਹ ਨੇ ਕਿ ਅਸੀਂ ਲੱਖ ਦਵਾਈਆਂ, ਲੱਖ ਸਪਰੇਹਾਂ ਜਾਂ ਲੱਖ ਰੇਹ ਪਾ ਕੇ ਵੀ ਅਸੀਂ ਉਹਦੇ ਬਰਾਬਰ ਦਾ ਕੰਮ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੀ ਗਿਣਤੀ ਕਰੋੜਾਂ ਦੇ ਵਿੱਚ ਹੈ। ਸਾਡੇ ਕੋਲੇ ਤੁਸੀਂ ਗੰਡੋਆ ਲੈ ਲਓ, ਥੱਲੇ ਹੈ ਗੰਡੋਆ, 200 ਮੀਟਰ ਥੱਲੇ ਤੱਕ ਜਾ ਸਕਦਾ ਹੈ ਧਰਤੀ ਦੇ ਅੰਦਰ। ਔਰ ਉਹ 200 ਮੀਟਰ ਜਾ ਕੇ ਕਰਦਾ ਕੀ ਹੈ? ਉਹ ਥੱਲੋਂ ਜਿਹੜੀ ਧਰਤੀ ਦੀ ਉੱਪਰਲੀ ਤਹਿ ਨੂੰ, ਉੱਪਰਲੀ ਸੋਇਲ ਦੇ ਬਿਲਕੁਲ ਲਾਸਟ ਪਹੁੰਚ ਨੂੰ ਜਿਹੜੀ ਚੀਜ਼ ਚਾਹੀਦੀ ਹੈ, ਉਹਨੂੰ ਨਿਊਟ੍ਰੀਸ਼ਨ ਚਾਹੀਦੇ ਨੇ, ਉਹਨੂੰ ਜ਼ਿੰਕ ਚਾਹੀਦਾ ਹੈ, ਉਹਨੂੰ ਕਲੋਰਾਈਡ ਚਾਹੀਦਾ ਹੈ, ਉਹਨੂੰ ਨਾਈਟ੍ਰੋਜਨ ਚਾਹੀਦਾ ਹੈ, ਉਹ ਥੱਲੇ ਜਾਂਦਾ ਹੈ। ਥੱਲੋਂ ਜਾ ਕੇ ਧਰਤੀ ਦੇ ਥੱਲੋਂ ਜਿੱਥੋਂ ਉਹਨੂੰ ਉਹ ਚੀਜ਼ਾਂ ਮਿਲਦੀਆਂ ਨੇ, ਉਹਨੂੰ ਲੈ ਕੇ ਉੱਪਰ ਲਿਆ ਕੇ ਉੱਪਰਲੀ ਤਹਿ ਦੇ ਉੱਤੇ ਛੱਡ ਕੇ ਫਿਰ ਨੀਚੇ ਚਲਾ ਜਾਂਦਾ ਹੈ। ਉਹ ਇਸ ਤਰ੍ਹਾਂ ਰਾਉਂਡ ਸਰਕਲ ਦੇ ਵਿੱਚ ਜਿਹੜਾ ਹੈਗਾ, ਉਹ ਸਾਰੀ ਜ਼ਿੰਦਗੀ ਇੱਕ ਬਿਨਾਂ ਤਨਖਾਹ ਤੋਂ ਇੱਕ ਸਾਡੇ ਕੋਲ ਐਡਾ ਵੱਡਾ ਕੰਮ ਹੈ ਜਿਹੜਾ ਸਾਡੇ ਲਈ ਕੰਮ ਕਰ ਰਿਹਾ, ਲੇਕਿਨ ਅਸੀਂ ਸਪਰੇਹਾਂ ਪਾ ਕੇ ਉਹ ਮਾਰਤਾ। ਉਹ ਤੋਂ ਬਿਨਾਂ ਹੋਰ ਜਿਹੜੇ ਬਰੀਕ ਸੂਖਸ਼ਮ ਜੀਵ ਨੇ ਜਿਹੜੇ ਸਾਨੂੰ ਦਿਖਦੇ ਨਹੀਂ ਹੈਗੇ, ਉਹ ਐਡਾ ਵੱਡਾ ਕੰਮ ਕਰਦੇ ਨੇਗੇ ਕਿ ਸਾਨੂੰ ਉਹਨਾਂ ਬਾਰੇ ਗਿਆਨ ਹੈ ਨਹੀਂ, ਅਸੀਂ ਸਿਰਫ ਉਹਨਾਂ ਨੂੰ ਮਾਰਨ ਦੇ ਉੱਤੇ ਲੱਗੇ ਹੋਏ ਹਾਂ। ਦੂਜੀ ਗੱਲ ਆ ਗਈ ਸਾਡੀ ਪੰਛੀਆਂ ਦੀ। ਪੰਛੀਆਂ ਦੇ ਵਿੱਚ ਸਾਡੀਆਂ ਮਧੂ ਮੱਖੀਆਂ ਆ ਗਈਆਂ, ਸਾਡੇ ਪੰਛੀ ਆ ਗਏ, ਉਹਨਾਂ ਦਾ ਰੋਲ ਬਹੁਤ ਵੱਡਾ ਹੈ। ਮੈਨੂੰ ਇੱਕ ਗੱਲ ਯਾਦ ਆ ਜਾਂਦੀ ਹੈ ਆਇਨਸਟਾਈਨ ਦੀ। ਆਇਨਸਟਾਈਨ ਨੇ ਬਹੁਤ ਸਾਲ ਪਹਿਲਾਂ ਇਹ ਗੱਲ ਕਹੀ ਸੀ ਕਿ ਜਿਸ ਦਿਨ ਇਸ ਪਲੈਨਟ ਦੇ ਉੱਤੋਂ ਮਧੂ ਮੱਖੀਆਂ ਖਤਮ ਹੋ ਗਈਆਂ, 4 ਸਾਲਾਂ ਦੇ ਵਿੱਚ ਸਾਡੀ ਹਿਊਮਨ ਸਿਵਲਾਈਜੇਸ਼ਨ ਆ ਜਿਹੜੀ ਉਹ ਖਤਮ ਹੋ ਜੂਗੀ। ਲੋਕਾਂ ਨੇ ਉਹਦਾ ਮਖੌਲ ਡਾਇਆ, ਪਰ ਹੁਣ ਸਾਇੰਟਿਸਟ ਇਸ ਗੱਲ ਨੂੰ ਮੰਨ ਰਹੇ ਨੇ। ਤੁਸੀਂ ਹੈਰਾਨ ਹੋਵੋਗੇ ਕਿ ਅਮਰੀਕਾ ਖੁਦ ਅੱਜ ਆਪਣੇ ਬਹੁਤ ਵੱਡੇ ਜਿਹੜੇ ਕਾਰਪੋਰੇਟ ਦੀਆਂ ਵੱਡੀਆਂ ਉਹਦੀਆਂ ਕੰਪਨੀਆਂ ਨੇ, ਉਹ ਮਧੂ ਮੱਖੀਆਂ ਪਾਲ ਰਹੀ ਹੈ। ਉਹਨਾਂ ਦੇ ਉੱਤੇ ਲੱਖਾਂ ਡੱਬਾ ਜਿਹੜਾ ਮਧੂ ਮੱਖੀਆਂ ਦਾ ਪੈਦਾ ਕੀਤਾ। ਲੇਕਿਨ ਸਾਡੀਆਂ ਜਿਹੜੀ ਮਧੂ ਮੱਖੀਆਂ ਨੇ, ਸਾਡੇ ਜਿਹੜੇ ਇਹ ਜੀਵ ਨੇ, ਉਹ ਅਸੀਂ ਸਪਰੇਹਾਂ ਕਰ ਕਰਕੇ ਮਾਰ ਲਏ। ਹੁਣ ਇਹ ਸਵਾਲ ਹੈ ਕਿ ਮਧੂ ਮੱਖੀਆਂ ਕਰਦੀਆਂ ਕੀ ਨੇ? ਮਧੂ ਮੱਖੀ ਇੱਕ ਪੋਲੀਨੇਟਰ ਹੈ। ਪੋਲੀਨੇਟਰ ਕੀ ਹੁੰਦਾ ਹੈਗਾ? ਇੱਕ ਪਰਾਗਣ ਕਿਰਿਆ ਕਰਨ ਵਾਲਾ ਜੀਵ। ਕਿਉਂਕਿ ਜਿਹੜੇ ਫੁੱਲ ਨੇ ਉਹ ਸੰਭੋਗ ਨਹੀਂ ਕਰਦੇ, ਉਹਨਾਂ ਦੇ ਉੱਤੇ ਪਰਾਗਣ ਕਿਰਿਆ ਹੁੰਦੀ ਹੈ। ਇੱਕ ਮੇਲ ਤੋਂ ਫੀਮੇਲ ਲੈ ਕੇ ਨੇ ਜਿਹੜੇ ਉਹ ਪੋਲੀਨੇਟਰ ਲੈ ਕੇ ਜਾਂਦੇ ਆ ਉਹਦੇ ਵਿੱਚ, ਤਾਂ ਉਹਦੇ ਵਿੱਚ ਉਹਦੀ ਓਬਰੀ ਦੇ ਵਿੱਚ ਇੰਜੈਕਟ ਕਰਦਾ ਉਹ ਪੋਲੀਨੇਟਰ ਜਿਹੜਾ ਹੈਗਾ, ਔਰ ਉਸ ਦੇ ਨਾਲ ਅੱਗੇ ਉਹਦਾ ਜਿਹੜਾ ਵਿਕਾਸ ਹੁੰਦਾ, ਉਸ ਦੇ ਨਾਲ ਜਿਹੜੀ ਪ੍ਰੋਡਕਸ਼ਨ ਹੈ ਜਿਹਨੂੰ ਅਸੀਂ ਝਾੜ ਕਹਿੰਦੇ ਆ ਪੰਜਾਬੀ ਦੇ ਵਿੱਚ, ਉਹ ਬਣਦਾ। ਹਿੰਦੁਸਤਾਨ ਦੀ 1956 ਦੀ ਇੱਕ ਸਟੱਡੀ ਹੈ, ਉਹ ਇਹ ਕਹਿੰਦੀ ਹੈ ਕਿ ਸਾਡੇ ਕੋਲੇ 300 ਪੋਲੀਨੇਟਰ 1956 ਤੱਕ ਮੌਜੂਦ ਸੀ, ਲੇਕਿਨ ਅੱਜ ਸਿਰਫ ਸਾਡੇ ਕੋਲੇ 4 ਪੋਲੀਨੇਟਰ ਬਚੇ ਨੇ। ਉਹਦਾ ਕਾਰਨ ਇੱਕੋ ਹੀ ਹੈ, ਰੇ ਤੇ ਸਪਰੇ, ਜਿਹਦੀ ਅੰਨ੍ਹੇਵਾਹ ਤਬਾਹੀ ਹੈ ਜਿਹੜੀ ਉਹ ਨਵੀਂ ਹਰੀ ਕ੍ਰਾਂਤੀ ਤੋਂ ਆਉਣ ਤੋਂ ਬਾਅਦ ਹੋਈ। ਉਹ 4 ਬਚ ਕਿਵੇਂ ਗਏ? ਹੁਣ ਇਹ ਸਵਾਲ ਹੈ। ਉਹ 4ਾਂ ਦੇ ਵਿੱਚ ਇੱਕ ਮਧੂ ਮੱਖੀ ਹੈ। ਉਹ ਬਚ ਇਸ ਕਰਕੇ ਗਏ ਕਿ ਮਧੂ ਮੱਖੀ ਤੁਸੀਂ ਦੇਖਿਆ ਹੋਊਗਾ
ਕਿ 30 ਤੋਂ 40 ਮੀਟਰ ਉੱਪਰ ਤੱਕ ਜਾ ਕੇ ਆਪਣਾ ਰਿਹਾਇਸ਼ ਘਰ ਬਣਾ ਸਕਦੀ ਹੈ। ਹਾਂਜੀ ਪਾਣੀ ਵਾਲੀ ਟੈਂਕੀ ਹੈ ਜਿਹੜੀ ਉਹ 33 ਮੀਟਰ ਦੀ ਹੁੰਦੀ ਹੈ 100 ਫੁੱਟ ਦੀ। ਉਹਦੇ ਉੱਤੇ ਤੁਸੀਂ ਦੇਖਿਆ ਹੋਊਗਾ ਕਿ ਮਧੂ ਮੱਖੀਆਂ ਦੇ ਛੱਤੇ ਲੱਗੇ ਹੁੰਦੇ ਨੇ। ਹਾਂਜੀ, ਹਾਂ, ਬਿਲਕੁਲ। ਉੱਥੇ ਤੱਕ ਤੁਹਾਡਾ ਰੇਹ ਵਾਲਾ ਪੰਪ ਹੈ ਜਿਹੜਾ ਸਪਰੇਅ ਵਾਲਾ ਉਹ ਮਾਰ ਨਹੀਂ ਕਰਦਾ, ਉੱਥੇ ਰੇਹ ਦੀ ਬੋਰੀ ਵੀ ਨਹੀਂ ਜਾਂਦੀ। ਇਸ ਕਰਕੇ ਇੱਕ ਤਾਂ ਉਹ ਪੋਲੀਨੇਟਰ ਸਾਡੇ ਕੋਲੇ ਬਚ ਗਿਆ। ਹਾਂਜੀ ਕੁਝ ਪੋਲੀਨੇਟਰ ਉਹ ਬਚ ਗਏ ਜਿਹੜੇ ਧਰਤੀ ਦੇ ਹੇਠਾਂ ਜਾ ਵੜੇ, ਡੂੰਘੇ 'ਚ ਜਾ ਵੜੇ, ਜਾਂ ਕਿਸੇ ਉਜਾੜ ਥਾਵਾਂ ਤੇ ਜਾ ਵੜੇ, ਜਾਂ ਜੰਗਲਾਂ 'ਚ ਜਾ ਵੜੇ। ਸਿਰਫ ਉਹ 4 ਪੋਲੀਨੇਟਰ ਸਾਡੇ ਕੋਲੇ ਬਚੇ ਨੇ। ਔਰ ਮੈਂ ਸਮਝਦਾ ਕਿ ਮਾਡਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮਾਡਲ ਦੀ ਜਿਹੜੀ ਵਾਕ ਬਣਤਰ ਸ਼ਬਦ ਨੇ ਉਹਨਾਂ ਦੇ ਵਿੱਚ ਮਾਡਲ ਪਿਆ ਹੁੰਦਾ ਹੈ। ਮੈਂ ਇੱਕ ਨਿੱਕੀ ਜਿਹੀ ਉਦਾਹਰਨ ਦੇਣੀ ਚਾਹੁੰਦਾ। ਅਸੀਂ ਮਧੂ ਮੱਖੀਆਂ ਨੂੰ ਕਹਿੰਦੇ ਆ ਕਿ ਸਹਾਇਕ ਧੰਦੇ ਪੈਦਾ ਕਰੋ। ਹਾਂਜੀ ਇਹ ਨਵਾਂ ਮਾਡਲ ਕਹਿੰਦਾ ਹੈ। ਉਹ ਸਹਾਇਕ ਧੰਦਾ ਮੰਨਦਾ ਮਧੂ ਮੱਖੀ ਨੂੰ, ਸਹਾਇਕ ਧੰਦਾ ਮੰਨਦਾ ਹੈਗਾ ਪਸ਼ੂ ਪਾਲਣ ਨੂੰ, ਬਾਕੀ ਚੀਜ਼ਾਂ ਨੂੰ ਉਹ ਸਹਾਇਕ ਧੰਦੇ ਕਹਿੰਦਾ। ਪਰ ਮੈਂ ਇਹ ਕਹਿੰਦਾ ਕਿ ਸਹਾਇਕ ਧੰਦੇ ਨਹੀਂ, ਇਹ ਪਾਰਟ ਆਫ ਐਗਰੀਕਲਚਰ ਨੇ। ਹਾਂ ਇਹ ਐਗਰੀਕਲਚਰ ਦੇ ਸਹਾਇਕ ਨਹੀਂ, ਇਹ ਪਿਲਰ ਆਫ ਐਗਰੀਕਲਚਰ ਨੇ ਦੋਨੀ। ਅੱਜ ਜੇ ਮਧੂ ਮੱਖੀ ਤੁਹਾਡੇ ਕੋਲੇ ਪੋਲੀਨੇਟਰ ਨਹੀਂ ਹੈਗਾ, ਪੋਲੀਨੇਟਰ ਦੇ ਨਾਲ ਪੋਲੀਨੇਸ਼ਨ ਹੋ ਰਹੀ ਹੈ, ਪੋਲੀਨੇਸ਼ਨ ਦੇ ਨਾਲ ਝਾੜ ਵੱਧ ਰਿਹਾ ਹੈ, ਝਾੜ ਦੇ ਨਾਲ ਸਾਡੀ ਫਸਲ ਪੈਦਾ ਹੋ ਰਹੀ ਹੈ, ਫਿਰ ਸਹਾਇਕ ਕਿੱਦਾਂ ਹੋ ਗਿਆ? ਜੁੜੇ ਹੋਏ ਆ ਸਹਾਇਕ ਉਹ ਇਸ ਕਰਕੇ ਕਹਿੰਦਾ ਕਿ ਉਹ ਇਹਨੂੰ ਸਿਰਫ ਆਮਦਨ ਤੱਕ ਦੇਖਦਾ ਹੈ। ਉਹ ਇਹਨੂੰ ਇੱਕ ਪਾਰਟ ਆਫ ਨੇਚਰ ਦੇ ਤੌਰ ਤੇ ਨਹੀਂ ਦੇਖਦਾ, ਉਹ ਆਮਦਨ ਦੇ ਤੌਰ ਤੇ ਦੇਖੀ ਜਾਂਦਾ ਹੈ। ਉਸ ਨੇ ਮਧੂ ਮੱਖੀਆਂ ਨੂੰ ਅਲੱਗ ਕਰਤਾ, ਪਸ਼ੂਆਂ ਨੂੰ ਅਸੀਂ ਅਲੱਗ ਕਰਤਾ, ਸੂਰਾਂ ਨੂੰ ਅਸੀਂ ਅਲੱਗ ਕਰਤਾ, ਬੱਕਰੀਆਂ ਨੂੰ ਅਲੱਗ ਕਰਤਾ। ਅਸੀਂ ਹਰ ਚੀਜ਼ ਨੂੰ ਬਕਸਿਆਂ ਦੇ ਵਿੱਚ ਵੰਡਤਾ। ਐਕਚੁਅਲੀ ਸਾਰਾ ਇਹ ਜਿਹੜਾ ਇੱਕ ਜਦੋਂ ਸਾਈਕਲ ਅਸੀਂ ਤੋੜ ਦਿੰਦੇ ਆ, ਇਹ ਸਾਈਕਲ ਦਾ ਹਿੱਸਾ ਨੇ। ਹੁਣ ਇਸ ਤੋਂ ਅਗਲਾ ਜਿਹੜੇ ਅਸੀਂ ਆ ਗਏ ਪਸ਼ੂ ਹੈ। ਹਿੰਦੁਸਤਾਨ ਦੇ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਸੀ, ਉਹ ਸੀਗਾ ਪਸ਼ੂ ਧਨ। ਅਸੀਂ ਪਸ਼ੂ ਨਹੀਂ ਸੀ ਉਹਨਾਂ ਨੂੰ ਕਹਿੰਦੇ ਇਕੱਲੇ, ਅਸੀਂ ਕਹਿੰਦੇ ਸੀ ਕਿ ਇਹ ਪਸ਼ੂ ਧਨ ਹੈ। ਕਿਤੇ ਵੀ ਦੁਨੀਆ ਦੇ ਵਿੱਚ ਐਨੀਮਲ ਵੈਲਥ ਨਾਂ ਦਾ ਸ਼ਬਦ ਨਹੀਂ ਹੈਗਾ, ਇਹ ਸਿਰਫ ਇੰਡੀਆ 'ਚ ਹੈ। ਕਿਉਂਕਿ ਸਾਨੂੰ ਉਹਦੀ ਕੀਮਤ ਦਾ ਪਤਾ ਸੀ। ਉਹਦੀ ਕੀਮਤ ਸਿਰਫ ਇੱਕ ਗਊ ਦੀ, ਇੱਕ ਮੱਝ ਦੀ ਕੀਮਤ ਇਸ ਕਰਕੇ ਨਹੀਂ ਹੈਗੀ ਉਹ ਦੁੱਧ ਦਿੰਦੀ ਹੈ। ਮੈਂ ਇਹ ਕਹਿਣਾ ਕਿ ਮੇਰੇ ਖੇਤ ਦੇ ਉੱਤੇ 4 ਪਸ਼ੂ ਇਸ ਵੇਲੇ ਹੈਗੇ ਨੇ ਰੱਖੇ ਹੋਏ। ਉਹਦੀ ਕੀਮਤ ਇਸ ਕਰਕੇ ਹੈ ਕਿ ਉਹ ਸਾਨੂੰ ਗੋਬਰ ਦਿੰਦੀ ਹੈ। ਗੋਬਰ ਇੱਕ ਐਸਾ ਹੈਗਾ ਸਾਡੇ ਕੋਲੇ, ਉਹਨੂੰ ਅੱਜ ਕੱਲ੍ਹ ਤਾਂ ਉਹਨੂੰ ਯੂਰਪ ਵਾਲੇ ਬਲੈਕ ਗੋਲਡ ਕਹਿਣਾ ਸ਼ੁਰੂ ਕਰਤਾ ਉਹਨਾਂ ਨੇ, ਕਿ ਇਹ ਇੱਕ ਕਾਲਾ ਸੋਨਾ ਹੈ। ਕਾਲਾ ਸੋਨਾ ਸ਼ਾਮ ਨੂੰ ਇੱਕ ਹਰਾ ਚਾਰਾ ਖਾ ਕੇ ਪਸ਼ੂ ਸਵੇਰ ਤੱਕ ਸਾਨੂੰ ਇੱਕ ਕਾਲਾ ਸੋਨਾ ਦੇ ਦਿੰਦਾ ਹੈ। ਦੁਨੀਆ ਦੀ ਕੋਈ ਵੀ ਹੋਰ ਐਡੀ ਫਾਸਟ ਇੰਡਸਟਰੀ ਨਹੀਂ ਜਿਹੜੀ ਕਾਲਾ ਸੋਨਾ ਇੱਕ 24 ਘੰਟਿਆਂ ਦੇ ਅੰਦਰ ਤੁਹਾਨੂੰ ਦੇ ਸਕਦੀ ਹੋਵੇ। ਸਾਡੇ ਪਸ਼ੂ ਨੇ ਜਿਹੜੇ ਸਾਨੂੰ ਕਾਲਾ ਸੋਨਾ ਦਿੰਦੇ ਆ। ਉਹ ਕਾਲਾ ਸੋਨਾ ਅਸੀਂ ਸਾਡੀ ਸੋਇਲ ਦੇ ਵਿੱਚ ਅਸੀਂ ਪਾਉਨੇ ਆ। ਜਿੰਨੀ ਦੇਰ ਪਸ਼ੂ ਸਾਡੇ ਕੋਲੇ ਹੈ ਨਹੀਂ, ਉਨੀ ਦੇਰ ਸਾਡੀ ਐਗਰੀਕਲਚਰ ਆ ਜਿਹੜੀ ਉਹ ਕਾਰਪੋਰੇਟ ਦੇ ਉੱਤੇ ਆਧਾਰਿਤ ਰਹੂਗੀ, ਉਹਦੇ ਉੱਤੇ ਡਿਪੈਂਡੈਂਸੀ ਉਹਦੀ ਬਣੀ ਰਹੂਗੀ। ਕਿਉਂਕਿ ਅਸੀਂ ਕਿਸੇ ਦੁਕਾਨਦਾਰ ਦੀ ਰੇਹ ਦੇ ਗੱਟੇ ਵੱਲ ਝਾਕਦੇ ਰਹਾਂਗੇ, ਕਿਉਂਕਿ ਸਾਡੇ ਕੋਲੇ ਪਸ਼ੂ ਹੈ ਨਹੀਂ। ਪਸ਼ੂ ਨੇ ਜਿਹੜੇ ਉਹ ਸਾਡੀ ਸੋਇਲ ਦੇ ਲਈ, ਸਾਡੀ এনवायरमेंट ਦੇ ਲਈ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਦੂਸਰਾ, ਜੇ ਅਸੀਂ ਦੁੱਧ ਵਾਲੇ ਐਂਗਲ ਤੋਂ ਗੱਲ ਕਰੀਏ, ਸਾਡੇ ਕੋਲੇ ਇਹੋ ਜਿਹੇ ਬੇਸ਼ਕੀਮਤੀ ਨਸਲਾਂ ਨੇਗੀਆਂ ਹਿੰਦੁਸਤਾਨ ਦੇ ਅੰਦਰ ਜਿਹੜੀਆਂ ਅਸੀਂ ਸਾਂਭ ਨਹੀਂ ਸਕੇ। ਸਾਡੇ ਕੋਲੇ ਗੁਜਰਾਤ ਵਾਲੇ ਪਾਸਿਓਂ ਇੱਕ ਗਊਆਂ ਦੀ ਨਸਲ ਹੈ ਜਿਹਨੂੰ ਗਿਰ ਗਊ ਕਿਹਾ ਜਾਂਦਾ ਹੈ। ਸਾਡੇ ਕੋਲੇ ਸ਼ਾਹੀਵਾਲ ਨਸਲ ਹੈ ਜਿਹੜੀ ਪਾਕਿਸਤਾਨ ਦੇ ਸ਼ਾਹੀਵਾਲ ਸ਼ਹਿਰ ਦੇ ਇਲਾਕੇ ਦੇ ਵਿੱਚੋਂ ਆਈ ਹੋਈ ਹੈ। ਸਾਡੇ ਕੋਲੇ ਇੱਕ ਹਰਿਆਣਵੀ ਨਸਲ ਹੈ ਜਿਹੜੀ ਹੁਣ ਦੇ ਹਰਿਆਣਾ ਦੇ ਆਲੇ ਦੁਆਲਿਓਂ ਸਾਡੇ ਕੋਲੇ ਆਈ ਹੋਈ ਹੈ। ਸਾਡੇ ਕੋਲੇ ਲਾਲ ਸਿੰਧੀ ਹੈ। ਸਾਡੇ ਕੋਲੇ ਹੋਰ ਬਹੁਤ ਬੇਸ਼ਕੀਮਤੀ ਵੈਰਾਈਟੀਆਂ ਨੇ। ਤੁਸੀਂ ਦੇਖੋ, ਗਿਰ ਨਸਲ ਹੈ ਜਿਹੜੀ ਉਹ ਐਡੀ ਵੱਡੀ ਹੈ ਕਿ ਉਹਨੂੰ ਇਜ਼ਰਾਈਲ ਨੇ ਲਿਜਾ ਕੇ ਉਹਦੇ ਵਿੱਚੋਂ 70 ਲੀਟਰ ਦੁੱਧ ਪੈਦਾ ਕਰ ਲਿਆ, ਉਹ ਤੋਂ ਕਰਵਾ ਲਿਆ। ਲੇਕਿਨ ਸਾਡੀਆਂ ਸਰਕਾਰਾਂ ਨੇ ਸਾਰੀਆਂ ਜਿਹੜੀਆਂ ਸਾਡੀਆਂ ਦੇਸੀ ਨਸਲਾਂ ਸੀ ਉਹ ਰੋਲ ਕੇ ਰੱਖਤੀਆਂ। ਅਸੀਂ ਸੀਮਨ ਮੰਗਵਾ ਰਹੇ ਹਾਂਗੇ ਅਮਰੀਕਾ ਚੋਂ। ਦੇਖੋ, ਹੈਰਾਨੀ ਦੀ ਗੱਲ ਹੈ ਕਿ ਹਿੰਦੁਸਤਾਨ ਦੀ ਜਿੰਨੀ ਪਾਪੂਲੇਸ਼ਨ ਰਹੀ ਕਿਸੇ ਵੇਲੇ 30 ਕਰੋੜ, ਤਾਂ 30 ਕਰੋੜ ਦੇ ਨੇੜੇ ਹੀ ਇੱਥੇ ਪਸ਼ੂ ਧਨ ਰਿਹਾ। ਜਿਹੜੇ ਅਮਰੀਕਾ ਦੇ ਕੋਲੇ 4 ਕਰੋੜ ਦੇ ਨੇੜੇ ਤੇੜੇ ਪਸ਼ੂ ਵੀ ਨਹੀਂ ਹੈਗੇ, ਉਹ ਸਾਨੂੰ ਸੀਮਨ ਦੇ ਰਿਹਾ ਹੈ। ਉਹ ਸਾਡੀ ਜਿਹੜੀ ਲੀਡਰਸ਼ਿਪ ਹੈ ਉਸ ਦੀ ਇੱਕ ਨਲਾਇਕੀ ਹੈ ਕਿ ਸਾਨੂੰ ਪਤਾ ਨਹੀਂ ਕਿ ਜਿਹੜਾ ਸਾਡਾ ਸੀਮਨ ਸੀਗਾ, ਸਾਡੇ ਪਸ਼ੂਆਂ ਦਾ ਸੀਮਨ ਸੀ, ਉਹ ਦੁਨੀਆ ਦਾ ਸਾਰਿਆਂ ਤੋਂ ਸਰਬਸ਼੍ਰੇਸ਼ਠ ਸੀਮਨ ਹੈ, ਲੇਕਿਨ ਅਸੀਂ ਸਾਂਭਿਆ ਨਹੀਂ ਹੈ। ਉਹਦੇ ਵਿੱਚੋਂ ਲਗਾਤਾਰ ਮਿਕਸ ਜਿਹੜਾ ਹੁੰਦਾ ਚਲਾ ਗਿਆ। ਸਾਡੇ ਕੋਲ ਇੰਨੀ ਖੂਬਸੂਰਤੀ ਹੈ। ਆ ਮੇਰੇ ਖੇਤ 'ਚ ਤੁਸੀਂ ਦੇਖਿਆ ਹੋਣਾ, ਸ਼ਾਹੀਵਾਲ ਗਊ ਖੜੀ ਹੈ। ਤੁਸੀਂ ਇਸ ਦੇ ਦੁੱਧ ਨੂੰ ਕਿਤੇ ਦੁਨੀਆ ਦੀ ਲੈਬੋਰੇਟਰੀ ਦੇ ਵਿੱਚ ਚੈੱਕ ਕਰਵਾਓ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇਹਦੇ ਵਿੱਚ ਕਿੰਨੀ ਇਹਦੀ ਨਿਊਟ੍ਰੀਸ਼ਨ ਵੈਲਿਊ ਹੈ, ਇਹਦੇ ਵਿੱਚ ਕਿੰਨਾ ਪ੍ਰੋਟੀਨ ਹੈ, ਇਹਦੇ ਵਿੱਚ ਕਿੰਨਾ ਵਿਟਾਮਿਨ ਡੀ ਹੈ। ਜਿਹੜੀਆਂ ਚੀਜ਼ਾਂ ਦੁੱਧ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਉਹ ਸਾਡੇ ਦੁੱਧ ਦੇ ਵਿੱਚ ਹੈ ਹੀ ਨਹੀਂ।
ਕਿਉਂਕਿ ਸਾਡੇ ਕੋਲੇ ਚਾਰਾ ਹੀ ਹੈ ਨਹੀਂ। ਬਿਲਕੁਲ ਜੀ। ਸਾਰਾ ਕੁਝ ਉਹ ਜਿਹੜਾ ਸਾਰਾ ਅਸੀਂ ਭ੍ਰਿਸ਼ਟ ਕਰ ਲਿਆ ਆਪਣੇ ਉਸ ਦੇ ਨਾਲ। ਸੋ ਇਸੇ ਤਰ੍ਹਾਂ ਹੀ ਰੁੱਖਾਂ ਦਾ ਰੋਲ ਆ ਗਿਆ, ਜਿਹੜਾ ਤੀਜਾ ਉਹਦਾ ਪਿਲਰ ਹੈ। ਚੌਥਾ, ਰੁੱਖ ਨੇ ਜਿਹੜੇ ਉਹ ਵੀ ਕਾਰਪੋਰੇਟ ਮਾਡਲ ਦੀ ਭੇਂਟ ਚੜੇ, ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ ਨਿਊ ਜਿਹੜਾ ਗ੍ਰੀਨ ਰੈਵੋਲੂਸ਼ਨ ਹੋਇਆ ਤਾਂ ਉਸ ਵੇਲੇ ਜਿਹੜੀ ਓਵਰ ਮੈਕਨਾਈਜੇਸ਼ਨ ਹੁੰਦੀ ਹੈ, ਓਵਰ ਮੈਕਨਾਈਜੇਸ਼ਨ ਦੇ ਨਾਲ ਕੀ ਹੁੰਦਾ ਹੈ ਕਿ ਜੇ ਸਾਡੀ ਬਹੁਤ ਵੱਡੀ ਕੰਬਾਈਨ ਆ ਗਈ ਤਾਂ ਖੇਤਾਂ ਵਿੱਚ ਜਿੱਥੋਂ ਨਿਕਲਣਾ, ਰਸਤਿਆਂ 'ਚ ਉਹਨੇ ਨਿਕਲਣਾ, ਤਾਂ ਕਿਸਾਨ ਨੇ ਕਹਿਣਾ ਜੀ ਇਹ ਕੰਬਾਈਨ ਦੇ ਵਿੱਚ ਫਸਦਾ, ਇਹਨੂੰ ਵੱਢ ਦਿਓ। ਇਹ ਸਾਡੇ ਟਰੈਕਟਰ ਦੇ ਹਲਾਂ ਵਿੱਚ ਫਸ ਰਿਹਾ ਹੈਗਾ, ਇਹਨੂੰ ਵੱਢ ਦਿਓ। ਇਹ ਸਾਡੇ ਕਰਾਹ 'ਚ ਫਸ ਰਿਹਾ ਹੈ, ਇਹਨੂੰ ਵੱਢ ਦਿਓ। ਇਸ ਤਰ੍ਹਾਂ ਜਿਹੜੀ ਪੰਜਾਬ ਦੇ ਰੁੱਖਾਂ ਦੀ ਜਿਹੜੀ ਤਬਾਹੀ ਹੈ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਹੋਈ ਹੈ। ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਪੰਛੀਆਂ ਵਾਲੀ, ਰੁੱਖਾਂ ਦਾ ਤੇ ਪੰਛੀਆਂ ਵਾਲਾ ਸੰਬੰਧ ਬੜਾ ਜੁੜਿਆ ਹੋਇਆ। ਪੰਛੀਆਂ ਨੂੰ ਤੁਸੀਂ ਇੱਥੇ ਨਹੀਂ ਰੱਖ ਸਕਦੇ ਜਿੰਨੀ ਦੇਰ ਤੁਹਾਡੇ ਕੋਲੇ ਰੁੱਖ ਨਹੀਂ ਹੈਗੇ। ਰੁੱਖ ਨੇ ਜਿਹੜੇ ਉਹ ਇੱਕ ਪੈਸਟ ਮੈਨੇਜਮੈਂਟ ਦਾ ਕੰਮ ਕਰਦੇ ਨੇ। ਉਹ ਕਿਵੇਂ ਕਰਦੇ ਨੇ? ਜੇ ਰੁੱਖ ਹੋਣਗੇ ਤਾਂ ਉੱਥੇ ਪੰਛੀ ਆਉਣਗੇ, ਜੇ ਉੱਥੇ ਪੰਛੀ ਹੋਣਗੇ ਤਾਂ ਜਿਹੜੀ ਸਾਨੂੰ ਸਪਰੇਹਾਂ ਕਰਨ ਦੀ ਲੋੜ ਨਹੀਂ, ਤਾਂ ਸੁੰਡੀਆਂ ਦੇ ਉੱਤੇ, ਸੁੰਡੀਆਂ ਨੂੰ ਜਿਹੜੀਆਂ ਗਟਾਰਾਂ ਚਿੜੀਆਂ ਨੇ ਉਹ ਖਾਣਗੀਆਂ। ਮੇਰੇ ਕੋਲੇ ਇੱਥੇ 7 ਏਕੜ ਜ਼ਮੀਨ ਹੈ, ਲੇਕਿਨ ਮੇਰੇ ਕੋਲੇ 600 ਰੁੱਖ ਹੈ, ਮੇਰਾ ਤਾਂ ਕਦੇ ਨੁਕਸਾਨ ਹੋਇਆ ਨਹੀਂ। ਹੁਣ ਕਿਉਂਕਿ ਜਦੋਂ ਪੰਛੀ ਉੱਥੇ ਹੈਗੇ ਨੇ ਤਾਂ ਤੁਹਾਡੇ ਜਿਹੜੇ ਉਹ ਮਿੱਤਰ ਕੀੜੇ ਨੇ ਉਹਨਾਂ ਨੂੰ ਛੱਡ ਕੇ ਬਾਕੀ ਕੀੜਿਆਂ ਦੀ, ਬਾਕੀ ਕੀਟਾਣੂਆਂ ਦੀ ਜਿਹੜੀ ਹੈ ਉਹ ਕਰਦੇ ਰਹਿੰਦੇ ਨੇ। ਸੋ ਇਹ ਜਿਹੜੇ 4 ਪਿੱਲਰ ਨੇ, ਇਹਨਾਂ ਨੂੰ ਸਮਝੇ ਬਿਨਾਂ ਖੇਤੀ ਨੂੰ ਸਮਝਣਾ ਬੜਾ ਮੁਸ਼ਕਲ ਹੈ। ਇੱਕ ਹੋਰ ਜੀ, ਜਿਵੇਂ ਪੈਸਟੀਸਾਈਡਸ ਦੇ ਨਾਂ ਤੇ ਬੜਾ ਕਹਿ ਲਈਏ ਵੀ ਧੰਦਾ ਹੋ ਰਿਹਾ ਨਾ ਕਿ ਇਹਨਾਂ ਨੂੰ ਖਤਮ ਕਰੋ, ਰੇ ਸਪਰੇ ਉਹਦੇ ਨਾਂ ਤੇ ਬਹੁਤ ਵੱਧ ਰਹੀ ਆ। ਇਹਦਾ ਕੋਈ ਯੋਗਦਾਨ ਹੈ ਜਾਂ ਇਹਨੂੰ ਬਿਲਕੁਲ ਖਤਮ ਹੀ ਕਰਨਾ ਚਾਹੀਦਾ ਵੀ ਇਸ ਤਰੀਕੇ ਨਾਲ ਰੇ ਸਪਰੇ ਪਾ ਕੇ? ਦੇਖੋ, ਜਿਹੜੇ ਨਦੀਨ ਨੇ ਉਹ ਕੁਦਰਤ ਨੇ ਭੇਜੇ ਨੇ, ਉਹਨਾਂ ਦਾ ਕੋਈ ਨਾ ਕੋਈ ਰੋਲ ਹੋਊਗਾ। ਅਸੀਂ ਉਹਨਾਂ ਨੂੰ ਸਮਝ ਨਹੀਂ ਸਕੇ, ਲੇਕਿਨ ਹੁਣ ਕੁਝ ਲੋਕਾਂ ਨੇ ਉਸ ਗੱਲ ਨੂੰ ਸਮਝਣਾ ਸ਼ੁਰੂ ਕੀਤਾ ਹੈ। ਤੁਸੀਂ ਇਹ ਦੇਖੋ ਕਿ ਪਿਛਲੇ 50 ਸਾਲਾਂ ਦੇ ਵਿੱਚ ਇੰਡੀਆ ਤੋਂ ਲੈ ਕੇ ਅਮਰੀਕਾ ਤੱਕ ਇੰਨੀਆਂ ਕੁ ਪੈਸਟੀਸਾਈਡ ਬਣੀਆਂ ਤੇ ਪੰਜਾਬ ਦੇ ਵਿੱਚ ਇੰਨੀਆਂ ਕੁ ਪੈਸਟੀਸਾਈਡ ਪਾਈਆਂ ਗਈਆਂ, ਲੇਕਿਨ ਪੰਜਾਬ ਦੇ ਵਿੱਚੋਂ ਨਦੀਨ ਖਤਮ ਨਹੀਂ ਹੋਇਆ। ਮੇਰਾ ਇਹ ਚੈਲੰਜ ਹੈ, ਅੱਜ ਤੁਸੀਂ 1 ਏਕੜ ਜ਼ਮੀਨ ਲੈ ਲਓ ਮੇਰੀ, ਮੈਂ ਕਹਿੰਦਾ ਸਾਰਾ ਇੰਡੀਆ ਦਾ ਲਿਆ ਕੇ ਪੈਸਟੀਸਾਈਡ ਸਿਰਫ ਤੁਸੀਂ 1 ਏਕੜ ਦੇ ਵਿੱਚ ਪਾ ਦਿਓ, ਲੇਕਿਨ ਜੇ ਤੁਸੀਂ ਨਦੀਨ ਨੂੰ ਮਾਰ ਗਏ ਤਾਂ ਮੇਰਾ ਨਾਂ ਬਦਲ ਦਿਓ। ਮੇਰਾ ਇਹ ਮੰਨਣਾ ਹੈ, ਮੇਰਾ ਨਹੀਂ, ਜਾਂ ਜਿਹੜੇ ਖੇਤੀ ਜਾਂ ਕੁਦਰਤੀ ਖੇਤੀ ਵਾਲੇ ਲੋਕ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਨਾ ਤਾਂ ਨਦੀਨ ਨੂੰ ਪੈਦਾ ਕੀਤਾ ਜਾ ਸਕਦਾ, ਨਾ ਨਦੀਨ ਮਾਰਿਆ ਜਾ ਸਕਦਾ। ਨਦੀਨ ਸਾਡੇ ਨਾਲ ਹੀ ਆਇਆ, ਉਹਨੇ ਸਾਡੇ ਨਾਲ ਹੀ ਰਹਿਣਾ। ਨਦੀਨ ਦੀ ਸਿਰਫ ਮੈਨੇਜਮੈਂਟ ਹੋ ਸਕਦੀ ਹੈ। ਨਦੀਨ ਦੀ ਮੈਨੇਜਮੈਂਟ ਦਾ ਸਵਾਲ ਹੈ, ਨਦੀਨ ਨੂੰ ਮਾਰਨ ਦਾ ਸਵਾਲ ਗਲਤ ਹੈ। ਪਹਿਲਾਂ ਇਹ ਬਹੁਤ ਬੇਸਿਕ ਚੀਜ਼ ਹੈ, ਲੇਕਿਨ ਸਾਡੀਆਂ ਯੂਨੀਵਰਸਿਟੀਆਂ ਨੇ ਕਦੇ ਇਸ ਗੱਲ ਦੇ ਉੱਤੇ ਆਉਂਦੀਆਂ ਨਹੀਂ ਹੈਗੀਆਂ। ਉਹ ਨਦੀਨ ਨੂੰ ਮਾਰਨ ਦੀ ਗੱਲ ਕਰਦੀਆਂ ਨੇ। ਹੁਣ ਉਹ ਕਿਉਂ ਕਰਦੀਆਂ ਨੇ? ਕਿਉਂਕਿ ਜਦੋਂ ਸਾਡੀ ਯੂਨੀਵਰਸਿਟੀ ਦਾ, ਸਾਡੀ ਐਗਰੀਕਲਚਰ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਹੈ, ਉਹਨੂੰ ਲਾਉਂਦੀ ਮਨਸੈਂਟੋ ਕੰਪਨੀ ਹੈ, ਜਿਹੜੀ ਦੁਨੀਆ ਦੀ ਸਾਰਿਆਂ ਤੋਂ ਵੱਡੀ ਪੈਸਟੀਸਾਈਡ ਦੀ ਕੰਪਨੀ ਹੈ। ਇਹ ਮੈਂ ਨਹੀਂ ਕਹਿ ਰਿਹਾ, ਇਹ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸਾਡੀ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਉਹ ਮਨਸੈਂਟੋ ਕੰਪਨੀ ਹੈ, ਜਿਹੜੀ ਬਦਨਾਮ ਕੰਪਨੀ ਹੈ ਦੁਨੀਆ ਦੀ ਪੈਸਟੀਸਾਈਡ ਦੇ ਵਿੱਚ, ਉਹ ਲਾ ਰਹੀ ਹੈ। ਤਾਂ ਤੁਸੀਂ ਕਿਵੇਂ ਸੋਚ ਲਓਗੇ ਕਿ ਉਹ ਨਦੀਨ ਦੀ ਮੈਨੇਜਮੈਂਟ ਦੀ ਗੱਲ ਕਰਨਗੇ? ਉਹ ਨਦੀਨ ਦੀ ਮੈਨੇਜਮੈਂਟ ਦੀ ਗੱਲ ਨਹੀਂ ਕਰਦੇ, ਉਹ ਨਦੀਨ ਨੂੰ ਮਾਰਨ ਦੀ ਗੱਲ ਕਰਦੇ ਨੇ। ਨਦੀਨ ਨੂੰ ਕਦੇ ਮਾਰਿਆ ਜਾ ਸਕਦਾ ਹੀ ਨਹੀਂ, ਅੱਜ ਤੱਕ ਨਦੀਨ ਮਰੇ ਹੀ ਨਹੀਂ, ਨਦੀਨ ਕਦੇ ਮਰੇਗਾ ਵੀ ਨਹੀਂ, ਨਾ ਹੀ ਨਦੀਨ ਨੂੰ ਮਾਰਨ ਦੀ ਕੋਈ ਜ਼ਰੂਰਤ ਹੈ। ਕਿਉਂਕਿ ਨਦੀਨ ਜਿਹੜਾ ਹੈਗਾ ਉਹ ਬਹੁਤ ਸਾਰੇ ਕੰਮ ਕਰਦਾ। ਬਹੁਤ ਸਾਰੇ ਐਸੇ ਨਦੀਨ ਨੇ ਜਿਹੜੇ ਨਾਈਟ੍ਰੋਜਨ ਫਿਕਸਡ ਨੇ, ਉਹਨਾਂ ਦੀ ਜਿਹੜੇ ਰੂਟਸ ਨੇ, ਉਹਨਾਂ ਦੇ ਜੜ੍ਹਾਂ ਦੇ ਵਿੱਚ ਬਹੁਤ ਸਾਰੀ ਜਿਹੜੀ ਨਾਈਟ੍ਰੋਜਨ ਪੈਦਾ ਕਰਦੇ ਆ। ਉਹ ਨਾਈਟ੍ਰੋਜਨ ਜਿਹੜੀ ਸਾਡੀਆਂ ਪਲਾਂਟਸ ਨੇ ਉਹਨਾਂ ਨੂੰ ਮਿਲਦੀ ਆ। ਬਹੁਤ ਸਾਰੇ ਜਿਹੜੇ ਨਦੀਨ ਨੇ ਉਹ ਬਹੁਤ ਸਾਰੇ ਨਿਊਟ੍ਰੀਐਂਟ ਨੇ ਜਿਹੜੇ ਥੱਲੋਂ ਖਿੱਚਦੇ ਆ, ਥੱਲੋਂ ਖਿੱਚ ਕੇ ਉੱਪਰਲੀ ਤਹਿ ਤੱਕ ਲੈ ਕੇ ਆਉਂਦੇ ਆ, ਔਰ ਉਹ ਉੱਪਰਲੀ ਸੋਇਲ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਨੇ। ਸੋ ਅਸੀਂ ਨਦੀਨ ਨੂੰ ਸਮਝ ਨਹੀਂ ਸਕੇ, ਅਸੀਂ ਬੇਮਤਲਬ ਨਦੀਨਾਂ ਦੇ ਪਿੱਛੇ ਪਏ ਹੋਏ ਹਾਂ। ਇਹ ਖੇਤੀਬਾੜੀ ਦਾ ਫਿਰ ਮਾਡਲ ਕਿਹੋ ਜਿਹਾ ਹੋਣਾ ਚਾਹੀਦਾ ਜੀ? ਦੇਖੋ, ਇਹ ਗੱਲ ਹੈਗੀ ਆ ਕਿ ਜਿਹੜੇ ਵੀ ਕੋਈ ਵਿਅਕਤੀ, ਜਿਹੜੀ ਵੀ ਕੋਈ ਆਰਗੇਨਾਈਜੇਸ਼ਨ, ਜਿਹੜੀ ਵੀ ਕੋਈ ਸੰਸਥਾ, ਜਿਹੜਾ ਵੀ ਸਮਾਜ ਇਸ ਤੋਂ ਬਦਲਵੇਂ ਖੇਤੀਬਾੜੀ ਮਾਡਲ ਦੀ ਗੱਲ ਕਰਨੀ ਚਾਹੁੰਦਾ ਹੈ ਜਾਂ ਉਹ ਮਾਡਲ ਕੋਈ ਲੈ ਕੇ ਆਉਣਾ ਚਾਹੁੰਦਾ ਹੈ, ਤਾਂ ਉਹਨੂੰ ਪਹਿਲਾਂ ਸਾਡੀਆਂ ਆਪਣੀਆਂ ਰੂਟਸ ਨੂੰ ਪੜ੍ਹਨਾ ਹੋਵੇਗਾ। ਉਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਰਿਸ਼ੀ ਸਿਰਪਲਾ ਕੌਣ ਸੀਗਾ, ਰਿਸ਼ੀ ਪਰਾਸ਼ਰ ਕੌਣ ਸੀ, ਸਾਡੀ ਖੇਤੀ ਦਾ ਇਤਿਹਾਸ ਕੀ ਹੈ, ਸਾਡੇ ਗੁਰੂਆਂ ਨੇ ਕੀ ਕਿਹਾ।
ਮੈਂ ਸਮਝਦਾ ਕਿ ਸਾਨੂੰ ਖੇਤੀ ਮਾਡਲ ਦੀ ਤਲਾਸ਼ ਦੇ ਲਈ ਨਾ ਅਮਰੀਕਾ ਜਾਣ ਦੀ ਲੋੜ ਹੈ, ਨਾ ਸਾਨੂੰ ਯੂਰਪ ਜਾਣ ਦੀ ਲੋੜ ਹੈ, ਕਿਉਂਕਿ ਜਿੰਨੀ ਖੇਤੀ ਦੀ ਪਰੰਪਰਾ ਸਾਡੀ ਆਪਣੀ ਹੈ, 4000 ਜਾਂ 5000 ਜਾਂ 8000 ਸਾਲ ਜਿਵੇਂ ਸਾਡੇ ਕਿਹਾ ਜਾਂਦਾ ਹੈ, 8000 ਸਾਲ ਤੋਂ ਅਸੀਂ ਖੇਤੀ ਦੇ ਸਾਡੇ ਲੋਕ ਕਰਦੇ ਆ ਰਹੇ ਨੇ, ਤਾਂ ਉਹਨਾਂ ਦੀ ਤਾਂ ਉਸ ਲੈਵਲ ਦੀ ਪਰੰਪਰਾ ਹੀ ਹੈ ਨਹੀਂ। ਉਹ ਤਾਂ ਖੇਤੀ ਸਾਥੋਂ ਸਿੱਖ ਰਹੇ ਸੀ, ਸਾਥੋਂ ਉਹ ਬਹੁਤ ਸੈਂਕੜੇ ਸਾਲ ਸਾਥੋਂ ਅਨਾਜ ਜਿਹੜਾ ਹੈਗਾ ਉਹ ਮੰਗਵਾਉਂਦੇ ਰਹੇ ਨੇ ਉਹ ਲੋਕ। ਸੋ ਖੇਤੀ ਮਾਡਲ ਦੀ ਗੱਲ ਜਿਹੜੀ ਹੈਗੀ ਹੈ ਉਹ ਲੋਕਾਂ ਨੂੰ ਆਪਣੀਆਂ ਰੂਟਸ ਦੀਆਂ ਆਪਣੀਆਂ ਜੜ੍ਹਾਂ ਦੇ ਵਿੱਚੋਂ ਤਲਾਸ਼ਣੀ ਹੋਊਗੀ, ਇੱਕ ਨੰਬਰ 'ਤੇ। ਨੰਬਰ 2, ਖੇਤੀ ਦਾ ਜਿਹੜਾ ਮਾਡਲ ਹੈਗਾ ਉਹ ਜਿੰਨੀ ਦੇਰ ਕੁਦਰਤ ਪੱਖੀ ਨਹੀਂ ਆਉਂਦਾ, ਜਿੰਨੀ ਦੇਰ ਉਹ ਇਸ ਚੀਜ਼ ਨੂੰ ਟੋਟੈਲਿਟੀ ਦੇ ਵਿੱਚ ਨਹੀਂ ਸਮਝਦਾ, ਜਿੰਨੀ ਦੇਰ ਉਹ ਇੰਟਰਕਨੈਕਟੀਵਿਟੀ ਹੈ ਜਿਹੜੀ ਬੰਦੇ ਦੀ ਪਸ਼ੂ ਨਾਲ, ਪਸ਼ੂ ਦੀ ਰੁੱਖ ਨਾਲ, ਰੁੱਖ ਦੀ ਪੰਛੀ ਨਾਲ, ਪੰਛੀ ਦੀ ਸੂਖਸ਼ਮ ਜੀਵ ਨਾਲ, ਇਹਨਾਂ ਸਾਰਿਆਂ ਦੀ ਪਾਣੀ ਨਾਲ, ਹਵਾ ਨਾਲ, ਇਹਨੂੰ ਜਿੰਨੀ ਦੇਰ ਕਲੈਕਟਿਵ ਰੂਪ ਦੇ ਵਿੱਚ ਅਸੀਂ ਨਹੀਂ ਸਮਝਦੇ, ਜਿੰਨੀ ਦੇਰ ਅਸੀਂ ਇਹਨੂੰ ਸਿਰਫ ਇੱਕ ਪਾਰਟਾਂ ਦੇ ਵਿੱਚ, ਟੁਕੜਿਆਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ, ਮੈਨੂੰ ਲੱਗਦਾ ਕਿ ਓਨੀ ਦੇਰ ਅਸੀਂ ਕੋਈ ਖੇਤੀ ਦਾ ਮਾਡਲ ਨਹੀਂ ਸਿਰਜ ਸਕਦੇ। ਸੋ ਸਾਨੂੰ ਇਹਨੂੰ ਟੋਟੈਲਿਟੀ ਦੇ ਵਿੱਚ ਇਸ ਨੂੰ ਮਾਡਲ ਨੂੰ ਤਲਾਸ਼ਣ ਦੇ ਲਈ ਸਾਰੇ ਕਾਸੇ ਨੂੰ ਸਮਝਣ ਦੀ ਲੋੜ ਹੈ। ਔਰ ਮੈਨੂੰ ਲੱਗਦਾ ਕਿ ਸਾਡੇ ਕੋਲੇ ਸਾਡੀ ਵਿਰਾਸਤ ਦੇ ਵਿੱਚ ਸਾਡਾ ਬਹੁਤ ਚੀਜ਼ਾਂ, ਬਹੁਤ ਸਾਰੀਆਂ ਕਿਤਾਬਾਂ, ਬਹੁਤ ਸਾਰੇ ਗ੍ਰੰਥ, ਬਹੁਤ ਵੱਡੇ ਵੱਡੇ ਨਾਮ ਜਿਹੜੇ ਪਏ ਨੇ ਜਿਨ੍ਹਾਂ ਨੇ ਉਹਦੇ ਉੱਤੇ ਕੰਮ ਕੀਤਾ ਹੈ। ਮੈਨੂੰ ਲੱਗਦਾ ਕਿ ਇੱਥੋਂ ਖੇਤੀ ਮਾਡਲ ਹੈ ਜਿਹੜਾ ਮਨੁੱਖ ਪੱਖੀ, ਕੁਦਰਤ ਪੱਖੀ, ਪੰਛੀਆਂ ਪੱਖੀ, ਉਹ ਸਾਰਾ ਨਿਕਲ ਸਕਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਕਾਫੀ ਗੱਲਾਂ ਆਈਆਂ ਜਿਹਦੇ ਵਿੱਚ ਮੈਨੂੰ ਵੀ ਸਿੱਖਣ ਨੂੰ ਮਿਲਿਆ, ਉਮੀਦ ਆ ਤੁਹਾਨੂੰ ਵੀ ਜ਼ਰੂਰ ਸਿੱਖਣ ਨੂੰ ਮਿਲੂਗਾ। ਕਈ ਵਾਰੀ ਆਪਾਂ ਚੀਜ਼ਾਂ ਨੂੰ ਤੋੜ ਕੇ ਦੇਖਦੇ ਹਾਂ ਤੇ ਉਹ ਬਹੁਤ ਨੇੜੇ ਦੀਆਂ ਜੁੜੀਆਂ ਹੁੰਦੀਆਂ ਨੇ। ਸੋ ਇਹਦਾ ਵੀ ਇੱਕ ਵਿਗਿਆਨ ਆ, ਚੀਜ਼ਾਂ ਨੂੰ ਸਮਝਣ ਦੀ ਲੋੜ ਆ। ਅੰਨ੍ਹੇਵਾਹ ਖੇਤੀ ਹੋਣੀ ਨਹੀਂ। ਜੇਕਰ ਆਪਾਂ ਇਹ ਵੀਡੀਓ ਨੂੰ ਅੰਤ ਤੱਕ ਦੇਖਿਆ ਹੈ ਤੁਸੀਂ, ਤਾਂ ਮੈਨੂੰ ਲੱਗਦਾ ਜੇਕਰ ਇਸ ਦੇ ਅਕੋਰਡਿੰਗ ਖੇਤੀ ਕਰੋਗੇ ਤਾਂ ਜ਼ਰੂਰ ਸਫਲ ਕਿਸਾਨ ਬਣੋਗੇ। ਵਾਤਾਵਰਨ ਵੀ ਸਹੀ ਰਹੂ, ਸਾਡੀ ਸਿਹਤ ਵੀ ਸਹੀ ਰਹੂ। ਸੋ ਜੁੜੇ ਰਹੋ ਦੁਨੀਆ ਦੇ